ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਹਾਂ ਮਦਨਦੀਪ, ਤੁਸੀਂ ਦੇਖ ਰਹੇ ਹੋ ਪੀਟੀਵੀ ਇੰਡੀਆ। ਅਸੀਂ ਰੋਜ਼ਾਨਾ ਸਿਆਸੀ ਗੱਲਾਂ ਕਰਦੇ ਹਾਂ, ਪਰ ਅੱਜ ਸਿਆਸਤ ਤੋਂ ਹਟ ਕੇ ਅਸੀਂ ਸਿਹਤ ਦੀ ਗੱਲ ਕਰਨੀ ਹੈ, ਔਰ ਗੱਲ ਵੀ ਇੱਕ ਅਜੀਮ ਸ਼ਖਸੀਅਤ ਨਾਲ ਕਰਨੀ ਹੈ, ਬਹੁਤ ਵੱਡੀ ਸ਼ਖਸੀਅਤ ਨਾਲ, ਜਿਨ੍ਹਾਂ ਦਾ ਕੰਮ ਦੇਖ ਕੇ ਅਸੀਂ ਕਈ ਵਾਰ ਦੰਗ ਰਹਿ ਜਾਂਦੇ ਹਾਂ। ਸੇਵਾ ਮੁਕਤ IAS ਨੇ ਜੰਗ ਬਹਾਦਰ ਗੋਇਲ ਜੀ। ਗੋਇਲ ਜੀ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ। ਨਮਸਕਾਰ। ਔਰ ਸੇਵਾ ਮੁਕਤੀ ਸਿਰਫ ਇਹਨਾਂ ਨੇ ਨੌਕਰੀ ਤੋਂ ਲਈ ਸੀ। ਸਿਹਤ ਦੇ ਵਿੱਚ ਇਹ ਕਿਸੇ ਵੀ ਜਿਹਨੂੰ ਮੈਂ ਆਪਣੇ ਵੱਲੋਂ ਦੱਸਦਾ, ਜੋ ਮੇਰਾ ਐਕਸਪੀਰੀਅੰਸ ਹੈ, ਜੋ ਮੈਂ ਮਹਿਸੂਸ ਕੀਤਾ ਆ, ਮੈਂ ਸਭ ਤੋਂ ਵੱਧ ਸਿਹਤ ਦੇ ਵਿੱਚ ਜੇ ਕਿਸੇ ਦੇ ਲਿਆਵੇਂ ਦੇਖਿਆ ਤਾਂ ਰਸ਼ੀਅਨ ਵੱਡੇ ਲੇਖਕਾਂ ਦੇ, ਜਿਹਦੇ ਚ ਟੋਲਸਟਾਏ ਵਰਗੇ ਬੰਦੇ ਆ, ਜਿਹਦੇ ਤੁਰਗੇਨੇਵ ਵਰਗੇ ਬੰਦੇ ਹੈਗੇ ਆ, ਜਿਹਦੇ ਦੋਸਤੋਵਸਕੀ ਦਾ ਨਾਮ ਆਉਂਦਾ ਆ, ਮੈਂ ਉਹਨਾਂ ਬਾਰੇ ਸੁਪਨੇ ਲੈਂਦਾ ਹੁੰਦਾ ਸੀ ਕਿ ਉਹ ਰਾਤ ਦਿਨ ਸਿਰਫ ਲਿਖਦੇ ਆ ਤੇ ਸਿਰਫ ਲਿਖਣ ਬਾਰੇ ਸੋਚਦੇ ਆ। ਸੋ ਉਸੇ ਤਰ੍ਹਾਂ ਦੀ ਸ਼ਖਸੀਅਤ ਮੈਂ ਜੰਗ ਬਹਾਦਰ ਗੋਇਲ ਜੀ ਨੂੰ ਸਮਝਦਾ ਆ। ਇਹਨਾਂ ਬਾਰੇ ਵੀ ਜਦੋਂ ਵੀ ਮੈਂ ਕਿਆਸ ਕਰਦਾ, ਜਦੋਂ ਵੀ ਮੈਂ ਸੋਚਦਾ ਆ, ਤਾਂ ਮੈਨੂੰ ਇਹ ਲੱਗਦਾ ਹੈ ਕਿ ਜੰਗ ਬਹਾਦਰ ਗੋਇਲ ਜੀ ਜਾਂ ਲਿਖ ਰਹੇ ਹੋਣਗੇ ਜਾਂ ਪੜ੍ਹ ਰਹੇ ਹੋਣਗੇ। ਔਰ 4 ਕੌਮਾਂਤਰੀ ਸੰਸਾਰ ਪੱਧਰ ਦੇ ਸ਼ਾਹਕਾਰ ਦੇ ਨੇ। ਸ਼ਾਹਕਾਰ ਵੀ ਮੈਂ ਕਹਿੰਦਾ ਕਿ ਉਹ ਇੱਕ ਭਾਸ਼ਾ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੁੰਦੀ ਹੈ ਸਿਹਤ ਪੜ੍ਹਨ ਦੀ, ਉਹ ਭਾਸ਼ਾ ਹੁੰਦੀ ਹੈ। ਇੱਕ ਤੋਂ ਦੂਸਰੀ ਭਾਸ਼ਾ ਨਾ ਆਉਂਦੀ ਹੋਵੇ ਤਾਂ ਤੁਸੀਂ ਬਹੁਤ ਵੱਡੇ ਉਸ ਸਿਹਤ, ਉਸ ਨਾਵਲ ਪੜ੍ਹਨ ਤੋਂ ਤੁਸੀਂ ਵਾਂਝੇ ਰਹਿ ਜਾਂਦੇ ਹੋ, ਸਿਹਤ ਨੂੰ ਪੜ੍ਹਨ ਤੋਂ ਵਾਂਝੇ ਰਹਿ ਜਾਂਦੇ ਹੋ, ਜਿਹੜੀ ਤੁਹਾਨੂੰ ਭਾਸ਼ਾ ਨਹੀਂ ਆਉਂਦੀ। ਪਰ ਜੇ ਤੁਸੀਂ ਉਹ ਸਿਹਤ ਨਾ ਪੜ੍ਹਿਆ ਹੋਵੇ ਤਾਂ ਤੁਹਾਡਾ ਜਿਹੜਾ ਪਿਛਲਾ ਪੜ੍ਹਿਆ ਹੈ ਉਹ ਅਧੂਰਾ ਸਮਝਿਆ ਜਾਂਦਾ ਹੈ। ਬਹੁਤ ਸਾਰੇ ਸ਼ਾਹਕਾਰ ਨੇ, ਬਹੁਤ ਸਾਰੇ ਵੱਡੇ ਨਾਵਲ ਨੇ ਦੁਨੀਆ ਦੇ ਵਿੱਚ, ਜਿਹੜੇ ਅੰਗਰੇਜ਼ੀ ਵਿੱਚ ਅਨੁਵਾਦ ਹੋਏ ਆ, ਲੇਕਿਨ ਪੰਜਾਬੀ ਵਿੱਚ ਅਨੁਵਾਦ ਨਹੀਂ ਹੋਏ ਸੀ। ਔਰ ਅਨੁਵਾਦ ਨਾ ਹੋਣ ਦੇ ਕਾਰਨ ਲੋਕ ਜਿਹੜੇ ਹੈਗੇ ਆ, ਜਿਹੜੇ ਮੇਰੇ ਵਰਗੇ ਜਿਹੜੇ ਸਾਹਿਤ ਰਸੀਏ ਆ, ਉਹ ਪੜ੍ਹ ਨਹੀਂ ਸਕਦੇ ਸੀ, ਕਿਉਂਕਿ ਉਹਨਾਂ ਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ। ਪਰ ਇਹਨਾਂ ਨੇ ਉਹ ਜਿਹੜੇ ਨਾਵਲ ਸੀ ਉਹਨਾਂ ਨੂੰ ਇਸ ਤਰ੍ਹਾਂ ਰਿੜਕਿਆ ਜਿਵੇਂ ਕ੍ਰਿਸ਼ਨ ਨੇ ਸਮੁੰਦਰ ਰਿੜਕਿਆ ਸੀ ਤੇ ਉਹਦੇ ਵਿੱਚੋਂ ਮੱਖਣ ਕੱਢਿਆ ਸੀ। ਉਸੇ ਤਰ੍ਹਾਂ ਇਹਨਾਂ ਨੇ ਸਿਹਤ ਨੂੰ, ਉਸ ਸੰਸਾਰ ਪੱਧਰ ਦੇ ਸਿਹਤ ਨੂੰ ਰਿੜਕ ਕੇ ਉਹਦੇ ਵਿੱਚੋਂ ਜਿਹੜੀ ਸਿਰਜਣਾ ਕੀਤੀ ਇਹਨਾਂ ਨੇ ਆਪਣੀ, ਜਿਹੜਾ ਉਹਨਾਂ ਨੂੰ ਪੁਨਰ ਜੀਵਤ ਕੀਤਾ ਆ, ਉਹ ਲਾਮਿਸਾਲ ਕੰਮ ਆ, ਵੱਡਾ ਕੰਮ ਆ ਉਹ। ਔਰ ਉਸ ਕੰਮ ਨੂੰ ਜੇ ਤੁਸੀਂ ਦੇਖੋ, ਤੁਸੀਂ ਪੜ੍ਹੋ ਤਾਂ ਤੁਸੀਂ ਹੈਰਾਨ ਰਹਿ ਜਾਓਗੇ, ਕਿਉਂਕਿ ਤੁਹਾਨੂੰ ਉਹ ਕੰਮ ਪੜ੍ਹਨ ਵਾਸਤੇ ਬਹੁਤ ਸਮਾਂ ਚਾਹੀਦਾ ਹੈ, ਬਹੁਤ ਦਿਨ ਚਾਹੀਦੇ ਹੈ। ਔਰ ਉਹ ਕੰਮ ਜਿਹੜਾ ਹੈ ਉਹ ਜੇ ਕਿਸੇ ਭਾਸ਼ਾ ਦੇ ਵਿੱਚ ਹੋਇਆ ਹੋਵੇ ਤਾਂ ਉਸ ਭਾਸ਼ਾ ਦੀ ਅਮੀਰੀ ਤੁਸੀਂ ਕਿਆਸ ਕਰ ਸਕਦੇ ਹੋ ਕਿ ਉਹ ਭਾਸ਼ਾ ਕਿੰਨੀ ਅਮੀਰ ਹੋ ਗਈ ਹੋਣੀ ਹੈ। ਔਰ ਭਾਸ਼ਾ ਨੂੰ ਅਮੀਰ ਕਰਨ ਵਾਸਤੇ ਜੰਗ ਬਹਾਦਰ ਗੋਇਲ ਸਾਡੇ ਕੋਲੇ ਵੱਡੇ ਲੇਖਕ ਨੇ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹਨਾਂ ਨੇ ਮੈਨੂੰ ਸਮਾਂ ਦਿੱਤਾ ਆ। ਹੋਰ ਵੀ ਬਹੁਤ ਸਾਰਾ ਕੰਮ ਹੈ ਜਿਹੜਾ ਇਹਨਾਂ ਨੇ ਕੀਤਾ ਆ। ਕੁਛ ਅਨੁਵਾਦ ਕਮਾਲ ਦੇ ਕੀਤੇ ਹੋਏ ਆ। ਜੇ ਅਸੀਂ ਖਲੀਲ ਜਿਬਰਾਨ ਵਰਗੀ ਪੁਸਤਕ ਦੀ ਗੱਲ ਕਰੀਏ, ਅਸੀਂ ਚਲੋ ਖੈਰ ਮੈਂ ਇਹਨਾਂ ਨਾਲ ਜਿਹੜੀਆਂ ਗੱਲਾਂ ਕਰਾਂਗਾ ਉਹਦੇ ਵਿੱਚੋਂ ਅਸੀਂ ਦੇਖਾਂਗੇ ਕਿ ਇਹਨਾਂ ਨੇ ਕੀ ਕੀ ਕੀਤਾ ਆ। ਸ਼ਾਇਦ ਮੈਂ ਜਦੋਂ ਇਹਨਾਂ ਬਾਰੇ ਕੋਈ ਦੱਸੂਗਾ ਤੇ ਮੇਰੇ ਕੋਲੋਂ ਉਸ ਤਰ੍ਹਾਂ ਦੱਸ ਵੀ ਨਾ ਹੋਵੇ ਸ਼ਾਇਦ, ਕਿਉਂਕਿ ਮੈਂ ਇਹਨਾਂ ਦੀ ਸ਼ਖਸੀਅਤ ਦੇ ਮੁਕਾਬਲੇ ਬਹੁਤ ਨਾਚੀਜ਼ ਹੈਗਾ। ਸੋ ਜੰਗ ਬਹਾਦਰ ਜੀ, ਬਹੁਤ ਬਹੁਤ ਧੰਨਵਾਦ ਮਨਦੀਪ ਜੀ। ਤੁਸੀਂ ਬੜਾ ਕੁਝ ਮੇਰੇ ਵਾਸਤੇ ਕਿਹਾ ਤੇ ਮੈਂ ਬੜਾ ਆਪਣੇ ਆਪ ਨੂੰ ਨਿਮਾਣਾ ਮਹਿਸੂਸ ਕਰ ਰਹੇ ਹਾਂ। ਔਰ ਸੇਵਾ ਮੁਕਤੀ ਤੋਂ ਬਾਅਦ ਦਰਅਸਲ ਮੇਰਾ ਸਾਹਿਤ ਦੇ ਵਿੱਚ ਰੁਝਾਨ ਤਾਂ ਬਚਪਨ ਤੋਂ ਸੀ ਤੇ ਮੈਂ ਬਹੁਤ ਕੁਝ ਪੜ੍ਹਨਾ ਚਾਹੁੰਦਾ ਸੀ ਤੇ ਮੈਂ ਜੋ ਵਿਸ਼ਵ ਸਾਹਿਤ ਦਾ ਬਹੁਤ ਉਮਦਾ ਸਾਹਿਤ ਪੜ੍ਹਿਆ ਜੀ, ਵਿਸ਼ੇਸ਼ ਤੌਰ ਤੇ ਮੇਰੀ ਦਿਲਚਸਪੀ ਨਾਵਲ ਵਿਧਾ ਨਾਲ ਸੀ ਜੀ। ਤੇ ਨਾਵਲ ਸੰਸਾਰ ਦੀ ਯਾਤਰਾ ਦੇ ਦੌਰਾਨ ਜਿਹੜੇ ਮਹਾਨ ਨਾਵਲਾਂ ਦੇ ਮੈਂ ਰੂਬਰੂ ਹੋਇਆ, ਉਹਨਾਂ ਦੇ ਮਹਾਨ ਨਾਵਲਕਾਰਾਂ ਵੱਲੋਂ ਸਿਰਜੇ ਹੋਏ ਜਿਹੜੇ ਕਿਰਦਾਰ ਹੈ ਉਹਨਾਂ ਤੋਂ ਮੈਂ ਪ੍ਰਭਾਵਿਤ ਹੋਇਆ ਔਰ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਰੋਲ ਮਾਡਲ ਬਣਾਉਣ ਦੀ ਕੋਸ਼ਿਸ਼ ਵੀ ਕੀਤੀ। ਤਾਂ ਮੈਂ ਹਮੇਸ਼ਾ ਚਾਹੁੰਦਾ ਰਿਹਾ ਕਿ ਮੈਂ ਇਹਨਾਂ ਦਾ ਤਵਾਰਫ, ਇਹਨਾਂ ਦੀ ਇੰਟਰੋਡਕਸ਼ਨ
ਆਪਣੇ ਦੋਸਤਾਂ ਨਾਲ ਵੀ ਕਰੋ। ਜਿੱਦਾਂ ਆਪਾਂ ਇੱਕ ਦੋਸਤ ਨੂੰ ਦੂਜੇ ਦੋਸਤ ਨਾਲ ਮਿਲਾਉਣੇ ਹੈ ਜੀ, ਤਾਂ ਉਦਾਂ ਹੀ ਜਿਹੜਾ ਹੈ ਇਹ ਮੇਰਾ ਇਸ ਦੇ ਪਿੱਛੇ ਮਕਸਦ ਜੋ ਸੀ ਉਹ ਇਹ ਸੀ ਕਿ ਮੈਂ ਤੁਹਾਨੂੰ ਘੱਟੋ ਘੱਟ ਦੁਨੀਆ ਦੇ ਜਿਹੜੇ ਸ਼ਾਹਕਾਰ ਨਾਵਲ ਹੈ, ਕਲਾਸਿਕ ਨਾਵਲ ਹੈ, ਉਹਨਾਂ ਦੀ ਜਿਹੜੀ ਸਾਂਝ ਹੈ ਉਹ ਆਪਣੇ ਵਰਗੇ ਮੇਰੇ ਮਿੱਤਰਾਂ ਨਾਲ ਹੋਵਾਂ। ਤੇ ਮੈਨੂੰ ਇੱਕ ਖੁਸ਼ੀ ਇਸ ਗੱਲ ਦੀ ਹੈ ਕਿ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਕਿਤੇ ਪੰਜਾਬੀ ਪੜ੍ਹਨ ਵਾਲੇ ਸੁਹਿਰਦ ਪਾਠਕ ਮੌਜੂਦ ਹੈ, ਉਹਨਾਂ ਤੋਂ ਮੈਨੂੰ ਇੰਨਾ ਪਿਆਰ ਮਿਲਿਆ ਹੈ, ਇੰਨਾ ਉਤਸ਼ਾਹ ਮਿਲਿਆ ਹੈ ਕਿ ਜਿਸ ਦਾ ਮੈਂ ਸ਼ਬਦਾਂ ਦੇ ਵਿੱਚ ਵਰਣਨ ਹੀ ਨਹੀਂ ਕਰ ਸਕਦਾ। 2007 ਦੇ ਵਿੱਚ ਪਹਿਲਾਂ 2005 ਤੋਂ ਇਹ ਅਜੀਤ ਅਖਬਾਰ 'ਚ ਛਪਣੇ ਸ਼ੁਰੂ ਹੋਏ ਤੇ 2008 ਦੇ ਵਿੱਚ ਪਹਿਲੇ ਵੇਰਾਂ ਵਿਸ਼ਵ ਸਾਹਿਤ ਦੇ ਸ਼ਾਹਕਾਰ ਨਾਵਲ ਪੁਸਤਕ ਲੜੀ ਦੀ ਪਹਿਲੀ ਕਿਤਾਬ ਛਪੀ। ਤਾਂ ਉਸ ਤੋਂ ਲੈ ਕੇ 2012 ਤੱਕ ਜਦੋਂ ਚੌਥੀ ਵਾਲੀਅਮ ਛਪੀ ਤੇ ਹੁਣ 5ਵੀਂ ਵਾਲੀਅਮ ਛਪ ਰਹੀ ਹੈ। ਤੇ ਇਸ ਤਰੀਕੇ ਦੇ ਨਾਲ ਕੋਈ ਮੈਂ ਸਮਝਦਾ ਕਿ 63 ਨਾਵਲ ਜਿਹੜੇ ਹਨ 63 ਨਾਵਲਸ ਉਹ ਇਸ ਦੇ ਵਿੱਚ ਇਨਕਲੂਡ ਹੋ ਜਾਣਗੇ। 63 ਨਾਵਲ ਉਹਦੇ ਵਿੱਚੋਂ ਜੇ ਆਪਾਂ ਸ਼ੁਰੂਆਤ ਕਰੀਏ 400 ਸਾਲ ਪਹਿਲਾਂ ਨਾਵਲ ਵਿਧਾ ਆਰੰਭ ਹੋਈ ਸਰਵਾਂਤਿਸ ਨੇ ਡੌਨ ਕਿਕਜ਼ੌਟ ਤੋਂ, ਤਾਂ ਡੌਨ ਕਿਕਜ਼ੌਟ ਤੋਂ ਵੀ ਪਹਿਲਾਂ ਨਾਵਲ ਜਿਹੜਾ ਹੈ ਉਹ ਜਾਪਾਨ ਦੇ ਵਿੱਚ ਲਿਖਿਆ ਗਿਆ। ਤੇ ਉਸ ਤੋਂ ਲੈ ਕੇ ਉਹ ਵੀ ਕਹਾਣੀ ਮੈਂ ਜਿਹੜੀ ਹੈਗੀ ਹੈ ਉਹ ਟੇਲ ਆਫ ਗੇਂਜੀ, 1000 ਸਾਲ ਪੁਰਾਣਾ ਨਾਵਲ। ਅਸੀਂ ਏਸ਼ੀਆ ਵਾਲੇ ਤਾਂ ਕਹਿੰਦੇ ਕਿ ਟੇਲ ਆਫ ਗੇਂਜੀ ਪਹਿਲਾ ਨਾਵਲ ਹੈ, ਪਰ ਯੂਰਪ ਵਾਲੇ ਕਹਿੰਦੇ ਸਰਵਾਂਤਿਸ ਦਾ ਨਾਵਲ ਜਿਹੜਾ ਹੈਗਾ ਉਹ ਡੌਨ ਕਿਕਜ਼ੌਟ ਪਹਿਲਾ ਹੈ। ਡੌਨ ਕਿਕਜ਼ੌਟ ਔਰ ਟੇਲ ਆਫ ਗੇਂਜੀ ਤੋਂ ਲੈ ਕੇ ਮੈਂ ਸਮਝਦਾ ਕਿ 20ਵੀਂ ਸਦੀ ਤੱਕ 20ਵੀਂ ਸਦੀ ਦੇ ਆਖਿਰ ਤੱਕ ਮੈਂ ਨਾਵਲ ਜਿਹੜੇ ਹੈਗੇ ਫਾਰਮ ਹੀਟ 455 ਤੱਕ ਮੈਂ ਇਸ ਦੇ ਵਿੱਚ ਕੀਤੇ ਹਨ। ਤੇ ਬੜਾ ਇਹ ਮੇਰੀ ਜਿਹੜੀ ਯਾਤਰਾ ਹੈ ਇਹ ਬਹੁਤ ਖੁਸ਼ਨੁਮਾ ਯਾਤਰਾ ਰਹੀ ਹੈ ਤੇ ਮੈਨੂੰ ਖੁਸ਼ੀ ਹੈ ਕਿ ਇਹਨਾਂ ਨੇ ਇਸ ਕੰਮ ਨੇ ਇੱਕ ਅੱਛਾ ਸਾਹਿਤ ਪੜ੍ਹਨ ਦੀ ਲਾਗ ਜਿਹੜੀ ਹੈਗੀ ਹੈ ਸਾਡੇ ਪੰਜਾਬੀ ਨੌਜਵਾਨਾਂ ਦੀ, ਪੰਜਾਬੀ ਪਾਠਕਾਂ 'ਚ ਲਗਾਈ ਹੈ। ਤੇ ਮੈਨੂੰ ਬਹੁਤ ਜ਼ਿਆਦਾ ਮਦਨਦੀਪ ਜੀ ਖੁਸ਼ੀ ਇਸ ਗੱਲ ਦੀ ਹੁੰਦੀ ਹੈ ਕਿ ਜਦੋਂ ਮੈਂ ਪੁਸਤਕ ਮੇਲਿਆਂ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਦੀ ਭਰਵੀਂ ਹਾਜ਼ਰੀ ਦੇਖਦਾ ਤੇ ਮੈਨੂੰ ਖੁਸ਼ੀ ਹੁੰਦੀ ਹੈ ਕਿ ਉਹ ਥੈਲੇ ਭਰ ਕੇ ਜਿਹੜੇ ਹੈ ਉਹ ਕਿਤਾਬਾਂ ਖਰੀਦਦੇ ਹੈ। ਤੇ ਇਹ ਇੱਕ ਨਵਾਂ ਰੁਝਾਨ ਹੈ। ਪਿੱਛੇ ਜੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪੁਸਤਕ ਮੇਲਾ ਲੱਗਿਆ ਤਾਂ ਉੱਥੇ ਕਹਿੰਦੇ 1 ਕਰੋੜ ਰੁਪਏ ਦੀਆਂ ਕਿਤਾਬਾਂ ਵਿਕੀਆਂ। ਅੱਛਾ। ਖਾਲਸਾ ਕਾਲਜ ਅੰਮ੍ਰਿਤਸਰ ਪੁਸਤਕ ਮੇਲੇ ਦੇ ਵਿੱਚ ਫਿਰ ਲੱਖਾਂ ਰੁਪਏ ਦੀਆਂ ਕਿਤਾਬਾਂ ਵਿਕੀਆਂ। ਬਠਿੰਡੇ ਪੁਸਤਕ ਮੇਲਾ ਲੱਗਿਆ ਤਾਂ ਉੱਥੇ ਵੀ ਏਦਾਂ ਹੀ ਹੋਇਆ। ਹੁਣ ਆਹ 2-4 ਕੱਲ ਇਤਵਾਰ ਨੂੰ ਹੀ SD ਕਾਲਜ ਚੰਡੀਗੜ੍ਹ ਦੇ ਵਿੱਚ ਮੇਲਾ ਲੱਗ ਕੇ ਹਟਿਆ ਪੁਸਤਕ ਮੇਲਾ। ਤਾਂ ਇੰਨਾ ਮੈਂ ਬੱਚਿਆਂ ਦੇ ਵਿੱਚ, ਨੌਜਵਾਨਾਂ ਦੇ ਵਿੱਚ, ਨੌਜਵਾਨ ਮੁੰਡੇ ਕੁੜੀਆਂ ਦੇ ਵਿੱਚ ਉਤਸ਼ਾਹ ਦੇਖ ਕੇ ਮੈਨੂੰ ਇੱਕ ਬਹੁਤ ਜ਼ਿਆਦਾ ਖੁਸ਼ੀ ਇਸ ਗੱਲ ਦੀ ਹੁੰਦੀ ਹੈ ਕਿ ਜਦੋਂ ਕਿ ਇਹ ਇੱਕ ਮਾੜਾ ਪ੍ਰਚਾਰ ਇਹ ਹੋ ਰਿਹਾ ਸੀ ਕਿ ਜੀ ਮੀਡੀਆ ਕਰਕੇ, ਮੋਬਾਈਲ ਫੋਨਾਂ ਕਰਕੇ, ਫਲਾਣੇ ਕਰਕੇ ਕਿਤਾਬਾਂ ਪੜ੍ਹਨ ਦਾ ਰੁਝਾਨ ਘਟ ਗਿਆ। ਕਿਤਾਬਾਂ ਪੜ੍ਹਨ ਦਾ ਰੁਝਾਨ ਘਟ ਗਿਆ। ਤੁਸੀਂ ਦੇਖ ਰਹੇ ਹੋ ਵੱਧ ਗਿਆ ਰਾਦਰ। ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਕਈ ਗਰੁੱਪ ਬਣੇ ਹੋਏ ਹੈ। ਕਲਾਸਿਕ ਗਰੁੱਪ ਹੈ ਲਿਟਰੇਚਰ ਦਾ ਬਣਿਆ ਫੇਸਬੁੱਕ ਦੇ ਉੱਤੇ, ਬੁੱਕ ਕਲੱਬ ਬਣੇ ਹੋਏ ਹੈ, ਬੁੱਕ ਲਵਰਸ ਦੇ ਬਣੇ ਹੈ। ਤਾਂ ਉਹਨਾਂ ਦੇ ਵਿੱਚ ਜਦੋਂ ਐਂਟਰੀਆਂ ਪਾਉਂਦੇ ਆ ਆਪਦੀਆਂ ਕਿਤਾਬਾਂ ਪੜ੍ਹੀਆਂ ਦੀਆਂ, ਟਾਈਟਲਸ ਪਾਉਂਦੇ ਆ, ਤਾਂ ਉਹ ਲੋਕਾਂ ਦੇ ਅੰਦਰ ਇੱਕ ਚਿੜਕ ਪੈਦਾ ਕਰਦੇ ਆ ਉਹ ਕਿਤਾਬ ਖਰੀਦਣ ਦੀ, ਉਸ ਵਾਸਤੇ ਜਾਣਨ ਦੀ। ਜਿਵੇਂ ਮੈਂ ਜੇ ਕੁਝ 2-4 ਨਾਮ ਲੈਣ ਦੀ ਕੋਸ਼ਿਸ਼ ਕਰਾਂ ਜਿਹੜੇ ਮੇਰੇ ਹਰ ਰੋਜ਼ ਮੈਂ ਸਮਝਦਾ ਕਿ ਇਹਦੇ ਵਿੱਚ ਸਾਡਾ ਜਸਬੀਰ ਬੇਗਮਪੁਰੀਆ ਜਿਹੜਾ ਹੈਗਾ ਉਹ ਬੜਾ ਕੰਮ ਕਰ ਰਿਹਾ ਪੁਸਤਕ ਕਲਚਰ ਨੂੰ ਫੈਲਾਉਣ ਵਾਸਤੇ। ਖੁਸ਼ਵੰਤ ਬਰਗਾੜੀ ਦਾ ਬੜਾ ਕੰਮ ਕਰ ਰਿਹਾ। ਸਾਡਾ ਫਿਰ ਇੱਕ ਨਿਖਿਲ ਚੰਦਨ ਹੈ ਚੰਡੀਗੜ੍ਹ ਹੀ ਰਹਿਣ ਲੱਗੇ, ਲੁਧਿਆਣੇ ਸੀ ਪਹਿਲਾਂ। ਉਹ ਇੰਨੀਆਂ ਖੂਬਸੂਰਤ, ਇੰਨਾ ਵਰੀਸ਼ੀਅਸ ਰੀਡਰ ਵੀ ਮੈਨੂੰ ਆਪ ਕਿਤੇ ਜਿਹੜੀ ਹੈਗੀ ਆ ਉਹਨੂੰ ਮਿਲ ਕੇ ਇਹ ਮਹਿਸੂਸ ਹੁੰਦਾ ਹੈ ਵੀ ਮੈਂ ਤਾਂ ਬਹੁਤ ਹਜੇ ਘੱਟ ਪੜ੍ਹਿਆ ਜਿੰਨਾ ਇਹ ਨੌਜਵਾਨ ਪੜ੍ਹ ਰਿਹਾ।
जिन्नियां वधिया किताबां सानूं इंट्रोड्यूस करा रहे हैं। तो उसी तरीके नाल ही एक रविंदर पट्ठर है लेडी है, उन्होंने मैं देखदा, उन्होंने पोस्ट मैं फेसबुक पे पढ़दा, देख के बड़ी खुशी होती है कि इन्ना कुछ पढ़ते हैं लोग। मैं भी उन्होंने तो सोनिया शर्मा है, सोनिया शर्मा कितना, हाँ सोनिया शर्मा कितना उसका, शैली सिंह है बिल्कुल। किन्ने मर्जी तुसी इस दे विच नाम आपां ऐड करिए, और वो बड़ा क्लासिक काम कर रहे हैं। हाँ गल है, आकाश है जी, आकाश है, हाँ आकाश है, इन्ना अच्छा। वो गोयल साहब तुसी ਵੱਖ-ਵੱਖ ਜ਼ਿਲ੍ਹਿਆਂ 'ਚ ਡੀਸੀ ਵੀ ਰਹੇ ਹੋ जी। ਡੀਸੀ ਦੀ हैसियत ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਕਿੰਨੀ ਵੱਡੀ ਮੰਨੀ ਜਾਂਦੀ ਹੈ। ਮੁੱਖ ਮੰਤਰੀ ਨੇ ਵੀ ਜਵਾਬ ਦੇ ਦਿੰਦੇ ਹੁੰਦੇ ਆ ਡੀਸੀ ਕਿ ਮੈਂ ਨਹੀਂ ਕਰਦਾ ਇਹ ਕੰਮ, ਮੈਂ ਨਹੀਂ ਕਰਨਾ, ਇਹ ਕੰਮ ਠੀਕ ਨਹੀਂ, ਮੈਂ ਨਹੀਂ ਕਰਦਾ। ਇੱਥੋਂ ਤੱਕ ਵੀ हैसियत ਹੈ। ਤੁਸੀਂ ਵੱਖ-ਵੱਖ ਜ਼ਿਲ੍ਹਿਆਂ 'ਚ ਰਹੇ ਹੋ, ਤੁਹਾਡੇ ਕੋਲੇ IAS ਹੋਣ ਦਾ ਇੱਕ ਬੜਾ ਵੱਡਾ ਅਨੁਭਵ ਹੈ। ਤੁਸੀਂ ਸੂਬੇ ਤੋਂ ਬਾਹਰ ਵੀ ਗਏ, ਤੁਸੀਂ ਬੰਗਾਲ ਬਾਰੇ ਵੀ ਬਹੁਤ ਵਾਰ ਦੱਸਿਆ, ਤੁਸੀਂ ਉੱਥੇ ਕੀ ਦੇਖਿਆ, ਤੁਸੀਂ ਉੱਥੇ ਵੀ ਡਿਊਟੀਆਂ ਨਿਭਾਈਆਂ ਜਾਣ। ਜੀ ਜੀ ਜੀ। ਤੁਹਾਡੇ ਕੋਲ ਇੱਕ ਬੜਾ ਵੱਡਾ ਅਨੁਭਵ ਸੀ, ਔਰ ਤੁਹਾਡੇ ਕੋਲ ਕੰਮ ਵੀ ਬਹੁਤ ਸੀ, ਸਰਕਾਰੀ ਕੰਮ। ਇਹਦੇ ਵਿੱਚੋਂ ਤੁਸੀਂ ਮੈਨੂੰ ਯਾਦ ਹੈ ਜਦੋਂ ਤੁਸੀਂ ਇਹਨਾਂ ਪੋਸਟਾਂ ਤੇ ਸੀ, ਚਾਹੇ ਤੁਸੀਂ ਕਮਿਸ਼ਨਰ ਸੀ, ਚਾਹੇ ਤੁਸੀਂ DC ਸੀ, ਇਹਦੇ ਬਾਵਜੂਦ ਤੁਸੀਂ ਸਿਹਤ ਨਾਲ ਜੁੜੇ ਰਹੇ। ਤੁਹਾਨੂੰ ਇਹ ਚੈਲੰਜ ਨਹੀਂ ਸੀ ਕਦੇ ਲੱਗਿਆ ਸਿਹਤ ਨਾਲ ਜੁੜਨਾ ਤੇ ਦੂਜੇ ਪਾਸੇ ਇਸ ਤਰ੍ਹਾਂ ਦੀ ਨੌਕਰੀ ਕਰਨੀ ਜਿਹੜੀ ਹੈ? एक जरा नौकरी है, नौकरी जो है ये एक रोटी खाने का एक रोजगार का वसीला है, जिहड़ा जरूर होना चाहिए। तो मैं रोजगार के वसीले नूं किते भी छोटा वड्डा करके नहीं देखता। हर वसीला जो तुहाडा तुहानूं छत दिंदा है, तुहानूं पहनण वास्ते कपड़े प्रदान करता है, और खाण वास्ते तुहानूं रोटी दिंदा है, और तुहानूं इज्जतदार नागरिक बनाता है। तो ये वड्डा छोटा किता तो कोई है नहीं, पर यह तो सिर्फ एक जीवन यापन का ढंग है। एक होंदी है रूह की खुराक। रूह की खुराक ये वक्रे वक्रे लोगों की वक्री वक्री रुचि और दिलचस्पी है। किसी को पेंटिंग दे विच उनकी रूह खुश होंदी है, किसी कोई बहुत ज्यादा नेचर लवर है, कोई म्यूजिक नूं प्यार करता है, कोई शास्त्रीय संगीत नूं प्यार करता है, कोई स्पोर्ट्समैन है, वो खेल के बड़ा आनंद मिलता है। तो मेरी जिहड़ी आनंद की अनुभूति जिहड़ी हैगी है वो मेरी हुंदी है, मेरा साह लैण दे बराबर जिहड़ी क्रिया है, जिहड़ी रूहानी खुशी मैनूं प्राप्त हुंदी है वो हुंदी है जदों मेरे हाथ च किताब, जदों मैं पढ़ रहा हूं, तो उदों मैनूं बड़े सुकून जिहड़ा है हासिल होता है। जिस नौकरी दे विच मैं रहा उत्थे हर आदमी जिहड़ा है, जदों तुहाडे सामने एक जरूरतमंद आदमी पेश होंदा है, तां तुसीं उहदे जे टकटकी लगा के चेहरे वल देखो तां तुहानूं एक पूरी किताब जिहड़ी हैगी उहदे विच पढ़ी जा सकदी है, पढ़ सकदे हो। वो किन्नियां उम्मीदां, किन्नियां आशावां लैके तुहाडे बूहे ते आया, और किन्ना दर्द जिहड़ा हैगा उसदे सीने दे विच समेटिया। जे तुहाडे कोल तुहाडे काली नहीं है तुहाडे अंदर, ते तुहाडे कोल सबर है उहदी गल सुनण दा, ते जे तुसीं 2 मिनट भी 5 मिनट भी उहदे नाल गल करो तां तुहानूं पता लगूगा कि तुसी कुछ ना कुछ इस दुनिया दे विच कोई दुख दर्द दूर करने वास्ते कुछ सहाय सिद्ध हो रहे हैं। तो मैं जिहड़ा एक साहित्य दा एक संवेदनशील विद्यार्थी है, वो चंगा संवेदनशील प्रशासनिक अधिकारी, मैं कहना बेहतर तौर दे बेहतर प्रशासनिक अधिकारी हो सकता है, क्योंकि उहदे विच ह्यूमन कंपैशन है, दया दी भावना है, और इस ढंग दे नाल मैं एक गल कह सकदा, मैनूं पता नहीं मैं की किता होना या की नहीं किता होना, पर मैं इन्नी गल जरूर मदनदीप जी मनदा कि मैं अपने सामने बैठे बंदे नूं
ਕਦੇ ਵੀ ਛੋਟਾ ਮਹਿਸੂਸ ਨਹੀਂ ਹੁੰਦਾ। ਗੋਲ ਸਾਹਿਬ, ਤੁਸੀਂ 63 ਨਾਵਲ ਜਿਹੜੇ ਆ ਉਹ ਜਿਹੜੇ ਸੰਸਾਰ ਪ੍ਰਸਿੱਧ ਨਾਵਲ ਹੈ ਜਿਨ੍ਹਾਂ ਨੂੰ ਪੜ੍ਹਨ ਵਾਸਤੇ ਅੱਖਾਂ ਤਰਸਦੀਆਂ ਉਹ ਤੁਸੀਂ ਪੰਜਾਬੀ ਭਾਸ਼ਾ ਨੂੰ ਦਿੱਤੇ ਆ। ਉਹਨਾਂ ਦਾ ਇੱਕ ਤਰ੍ਹਾਂ ਨਾਲ ਜਿਹੜਾ ਨਿਚੋੜ ਆ ਤੁਸੀਂ ਉਹ ਦਿੱਤਾ ਆ। ਔਰ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਨਾਵਲ ਵੀ ਹੈਗੇ ਆ ਜਿਨ੍ਹਾਂ ਦੇ 1000 ਸਫ਼ੇ ਤੋਂ ਵੀ ਵੱਧ ਸਫ਼ੇ ਆ, 1200 ਸਫ਼ੇ। ਬਿਲਕੁਲ ਬਿਲਕੁਲ ਬਿਲਕੁਲ। ਦੇਖੋ ਵਾਰ ਐਂਡ ਪੀਸ ਕਿੰਨਾ ਵੱਡਾ ਨਾਵਲ ਹੈ, ਬਹੁਤ ਵੱਡੇ ਨਾਵਲ ਹੈ, ਮੈਂ ਪੜ੍ਹੇ ਹੋਏ ਆ ਸਾਰੇ। ਔਰ ਉਹਨਾਂ ਨੂੰ ਪੜ੍ਹਨ ਤੋਂ ਬਾਅਦ ਉਹਨਾਂ ਨੂੰ ਆਪਣੇ ਤਰੀਕੇ ਨਾਲ ਪਾਠਕਾਂ ਦੇ ਸਾਹਮਣੇ ਪੇਸ਼ ਕਰਨਾ ਜਿਹੜਾ ਹੈ ਇਹ ਬੜੀ ਵੱਡੀ ਚੁਣੌਤੀ ਹੈ। ਕਿਉਂਕਿ ਇੱਕ ਨਾਵਲ ਜਿਹੜਾ 1200 ਪੇਜ ਦਾ ਜਾਂ 1500 ਪੇਜ ਦਾ ਨਾਵਲ ਆ, ਜੇ ਉਹਨੂੰ ਪੜ੍ਹ ਕੇ ਤੁਸੀਂ ਗਾਓਗੇ, ਪਹਿਲਾਂ ਉਹਨੂੰ ਪੜ੍ਹੋਗੇ ਨਾ, ਉਹਦੇ ਲਈ ਸਮਾਂ ਚਾਹੀਦਾ ਹੈ। ਫਿਰ ਉਹਦੇ ਵਿੱਚ ਤੁਸੀਂ ਆਪਣਾ ਦਿਮਾਗ ਪਾਉਣਾ ਹੈ, ਉਹਦੇ ਲਈ ਸਮਾਂ ਚਾਹੀਦਾ, ਲਿਖਣ ਲਈ ਸਮਾਂ ਚਾਹੀਦਾ ਆ, ਉਹਨੂੰ ਉਹਦਾ ਪੁਨਰ-ਉਥਾਨ ਕਰਨ ਲਈ ਤੁਹਾਨੂੰ ਸਮਾਂ ਚਾਹੀਦਾ ਆ। ਇਹ ਸਾਰਾ ਤੁਹਾਡਾ ਕਿੰਨੇ ਕੁ ਸਾਲਾਂ ਦੀ ਇਹ ਭਗਤੀ ਹੈ, ਕਿੰਨੇ ਕੁ ਸਾਲਾਂ ਦੀ ਤੁਹਾਡੀ ਇਹ ਨਿਸ਼ਠਾ ਹੈ, ਕਿੰਨੇ ਕੁ ਸਾਲਾਂ ਦੀ ਤੁਹਾਡੀ ਸਮਾਧੀ ਹੈ? ਦੇਖੋ, ਇਹ ਵੈਸੇ ਤਾਂ ਜੇ ਕਿਹਾ ਜਾਵੇ ਤਾਂ ਇਹ ਉਮਰ ਭਰ ਦੀ ਕਮਾਈ ਹੈ। ਤਾਂ ਹੌਲੀ ਹੌਲੀ ਜਿੱਦਾਂ ਇੱਕ ਇੱਟ ਦੇ ਨਾਲ ਭਵਨ ਨਿਰਮਾਣ ਹੁੰਦਾ ਹੈ, ਇੱਕ ਇੱਟ ਦੇ ਨਾਲ ਪਿਰਾਮਿਡ ਦਾ ਸਟਰਕਚਰ ਬਣਿਆ ਹੋਣਾ, ਤਾਂ ਉਸ ਤਰੀਕੇ ਦੇ ਨਾਲ ਪਤਾ ਨਹੀਂ ਕਿੰਨੇ ਸਾਲਾਂ ਦੀ ਇਹ ਮੈਂਟਲ ਮਾਨਸਿਕ ਤੌਰ ਦੇ ਉੱਤੇ ਤਿਆਰੀ ਹੋਣੀ ਹੈ, ਅਨਕੌਂਸ਼ੀਅਸਲੀ ਨਹੀਂ। ਤੇ ਪਰ ਜੋ ਇਹ ਹੋਇਆ ਕੰਮ, ਇਹ ਪਿਛਲੇ 17-18 ਸਾਲ ਦੀ ਕਾਲ ਤੋਂ 18 ਸਾਲ ਦੀ ਖਾਸ 2004 ਦੇ ਦਸੰਬਰ ਦੇ ਵਿੱਚ ਇਹ ਮੈਂ ਪਹਿਲਾ ਲੇਖ ਲਿਖਿਆ ਸੀ ਡੌਨ ਕਿਕਜ਼ੌਟ ਦੇ ਉੱਤੇ। ਤਾਂ ਜਿਹੜਾ ਯੂਰਪ ਦਾ ਪਹਿਲਾ ਯੂਰਪ ਦਾ ਨਾਵਲ, ਉਸ ਦੇ ਉੱਤੇ ਮੈਂ ਹੁਣ 23 ਅਪ੍ਰੈਲ ਜਿਹੜੀ ਵਰਲਡ ਬੁੱਕ ਡੇ ਦੇ ਉੱਤੇ, ਉਹ ਇੰਨਾ ਵੱਡਾ ਨਾਵਲ ਹੈ, ਬਹੁਤ ਵੱਡਾ ਨਾਵਲ ਹੈ ਜੀ। ਵਰਲਡ ਬੁੱਕ ਡੇ ਜਿਹੜਾ ਮਨਾਇਆ ਆਪਾਂ 23 ਤਰੀਕ ਨੂੰ ਜੀ, ਉਹ ਸਰਵਾਂਤਿਸ ਦੀ ਯਾਦ ਦੇ ਵਿੱਚ ਹੈ। ਸਰਵਾਂਤਿਸ ਔਰ ਸ਼ੇਕਸਪੀਅਰ ਦੋਨੋਂ ਹੀ 23 ਅਪ੍ਰੈਲ ਨੂੰ ਉਹਨਾਂ ਦਾ ਦੇਹਾਂਤ ਹੋਇਆ ਸੀ। ਦੋਨੋਂ ਮਹਾਪੁਰਸ਼ ਜਿਹੜੇ ਹੈਗੇ ਆ ਉਹ 23 ਅਪ੍ਰੈਲ ਨੂੰ ਹੀ ਗਏ ਸੀ। ਔਰ ਇਸੇ ਕਰਕੇ ਉਹਨਾਂ ਨੇ 23 ਅਪ੍ਰੈਲ ਜਿਹੜਾ ਹੈਗਾ ਉਹ ਵਰਲਡ ਬੁੱਕ ਡੇ ਦੇ ਤੌਰ ਤੇ ਮਨਾਉਣਾ ਸ਼ੁਰੂ ਕਰਤਾ। ਤਾਂ ਇਸ ਤਰੀਕੇ ਦੇ ਨਾਲ ਬਸ ਇਹ ਯਾਤਰਾ ਚੱਲਦੀ ਰਹੀ। 17-18 ਸਾਲ ਹੋ ਗਏ, ਹੁਣ ਵੀ ਨਿਰੰਤਰ ਜਾਰੀ ਹੈ। ਅਸੀਂ ਗੱਲ ਕਰਾਂਗੇ ਕਿ ਹੁਣ ਜਿਹੜਾ ਨਿਰੰਤਰ ਜਾਰੀ ਹੈ ਉਹਦੇ ਵਿੱਚ ਤੁਸੀਂ ਅੱਗੇ ਕੀ ਦੇ ਰਹੇ ਹੋ, ਉਹਦੇ ਤੇ ਵੀ ਗੱਲ ਕਰਾਂਗੇ। ਪਰ ਮੈਨੂੰ ਇੱਕ ਗੱਲ ਯਾਦ ਆ ਰਹੀ ਹੈ ਇੱਥੇ ਬੈਠੇ ਹੋਏ, ਮੈਂ ਤੇ ਵਿਜੇ ਵਿਵੇਕ ਤੁਹਾਡੇ ਇੱਥੇ ਬੈਠੇ ਸੀ ਜਦੋਂ ਤੁਸੀਂ ਵਾਇਆ ਬਠਿੰਡਾ ਦੀ ਰਚਨਾ ਕਰ ਰਹੇ ਸੀ, ਔਰ ਉਹਦੇ ਤੇ ਤੁਸੀਂ ਵਿਜੇ ਵਿਵੇਕ ਦੇ ਹਸਤਾਖਰ ਵੀ ਲਏ ਸੀ, ਖਰੜੇ ਦੇ ਉੱਪਰ ਲਏ ਸੀ। ਜੀ ਵਾਇਆ ਬਠਿੰਡਾ ਤੁਸੀਂ ਇਨ ਬਿਟਵੀਨ ਲਿਖਿਆ ਆ। ਔਰ ਵਾਇਆ ਬਠਿੰਡਾ ਜਿਹੜਾ ਹੈਗਾ ਉਹਦਾ ਵੀ ਜ਼ਿਕਰ ਬਹੁਤ ਹੋਇਆ, ਉਸ ਨਾਵਲ ਦਾ ਜ਼ਿਕਰ ਹੋਇਆ। ਪਰ ਕਿਤੇ ਨਾ ਕਿਤੇ ਮੈਂ ਗੋਲ ਸਾਹਿਬ ਇਹ ਸਮਝਦਾ ਆ ਕਿ ਜਿਹੜੀ ਤੁਹਾਡੀ ਇੱਕ ਕਿਰਤ ਹੈ, ਸ਼ਾਇਦ ਤੁਸੀਂ ਕਦੇ ਨਹੀਂ ਸੋਚਿਆ ਹੋਣਾ ਕਿ ਇਹ ਤੁਸੀਂ ਸਿਰਫ ਅਧੂਰੀ ਹੈ। ਨਹੀਂ, ਅਧੂਰੀ ਨਹੀਂ ਮੈਂ ਕਹੂੰਗਾ। ਮੈਂ ਕਹਿਣ ਲੱਗਿਆ ਕਿ ਤੁਸੀਂ ਇਹ ਕਿਹਾ ਕਿ ਪਾਠਕ ਬਹੁਤ ਆ, ਤੁਹਾਨੂੰ ਬਹੁਤ ਜਾਣਦੇ ਆ, ਬਹੁਤ ਪੜ੍ਹਦੇ ਆ, ਬਹੁਤ ਸਾਰੇ ਯੰਗ ਤੇ ਬਹੁਤ ਸਾਰੇ ਬਜ਼ੁਰਗ ਜਿਹੜੇ ਹੈਗੇ ਆ ਪੰਜਾਬ ਦੇ ਜਿਹੜੇ ਸਾਹਿਤ ਨਾਲ ਜੁੜੇ ਹੋਏ ਆ, ਤਕਰੀਬਨ ਮੇਰਾ ਖਿਆਲ ਹੈ ਜੀ ਉਹ ਸਾਰੇ ਤੁਹਾਨੂੰ ਇਸ ਵੇਲੇ ਜਾਣਦੇ ਆ ਕਿ ਤੁਸੀਂ ਇਹਦੇ ਵਿੱਚ ਤੁਹਾਨੂੰ ਇਹ ਕਦੇ ਮਹਿਸੂਸ ਹੋਇਆ ਕਿ ਜਿਸ ਤਰ੍ਹਾਂ ਦਾ ਇੱਕ ਸਾਹਿਤ ਦੇ ਵਿੱਚ ਇੰਨੇ ਵੱਡੇ ਕੰਮ ਦਾ ਜ਼ਿਕਰ ਹੋਣਾ ਚਾਹੀਦਾ ਆ, ਉਹ ਜ਼ਿਕਰ ਨਹੀਂ ਹੋਇਆ ਕਿਤੇ ਨਾ ਕਿਤੇ, ਜਿਹਦੇ ਕਰਕੇ ਬਹੁਤ ਸਾਰੇ ਲੋਕ ਵਾਂਝੇ ਵੀ ਰਹਿ ਗਏ ਹੋਣਗੇ। ਸਭ ਤੋਂ ਘੱਟ ਜਿਹੜਾ ਜ਼ਿਕਰ ਜਿੰਨੀਆਂ ਮੇਰੀਆਂ ਕਿਤਾਬਾਂ ਹੈਗੀਆਂ ਉਸ ਤੋਂ ਸਭ ਤੋਂ ਘੱਟ ਜ਼ਿਕਰ ਇਸ ਨਾਵਲ ਦਾ ਹੀ, ਬਿਲਕੁਲ ਠੀਕ ਗੱਲ ਹੈ ਤੇ ਮੈਂ ਇਸਨੂੰ ਸਵੀਕਾਰ ਵੀ ਕਰਦਾ। ਤੇ ਇਹ ਮੇਰਾ ਪਹਿਲਾ ਉਪਰਾਲਾ ਸੀਗਾ। ਨਾਵਲਾਂ ਤੇ ਲਿਖਣਾ ਤੇ ਨਾਵਲ ਲਿਖਣਾ ਵੱਖਰੀ ਗੱਲ ਹੈ, ਬਿਲਕੁਲ ਵੱਖਰੀ ਗੱਲ ਹੈਗੀ। ਤੇ ਲਿਖਣ ਤੋਂ ਬਾਅਦ ਮਹਿਸੂਸ ਹੋਇਆ? ਨਹੀਂ, ਸ਼ੁਰੂ ਤੋਂ ਹੀ ਹੈ, ਇਹ ਤੇ ਮੇਰੀ ਤਾਰ ਸ਼ੁਰੂ ਤੋਂ ਹੀ। ਅੱਛਾ, ਤਾਂ ਇਹ ਮੈਂ ਸਮਝਦਾ ਕਿ ਅਨਾਧਿਕਾਰ ਚੇਸ਼ਟਾ ਵੀ ਹੁੰਦੀ ਹੈ ਜੇ ਮੈਂ ਹੁਣ ਕਵਿਤਾ ਵੱਲ ਹੱਥ ਮਾਰਾਂ ਜਾਂ ਕਿਸੇ ਹੋਰ ਚੀਜ਼ ਵੱਲ ਲਿਖਣ ਦੀ ਕੋਸ਼ਿਸ਼ ਕਰਾਂ, ਤਾਂ ਹਰ ਇੱਕ ਆਦਮੀ ਦੀ ਵੱਖਰੀ ਵੱਖਰੀ ਫੈਕਲਟੀ ਹੈਗੀ ਹੈ। ਤੇ ਇਹ ਬਿਲਕੁਲ ਜ਼ਾਹਰਾਨਾ ਤੌਰ ਤੇ ਇੱਕ ਕ੍ਰਿਟਿਕ ਜਿਹੜਾ ਹੈਗਾ, ਆਲੋਚਕ ਜਿਹੜਾ ਹੈਗਾ, ਉਹ ਚੰਗੀ ਆਲੋਚਨਾ ਕਰ ਸਕਦਾ ਹੈ, ਪਰ
ਹੋ ਸਕਦਾ ਵੀ ਉਹ ਬਹੁਤ नहीं पर जे आपां इहदे च जिक्र करिए खलील जिब्रान दी जीवनी दा गल करिए जी, जिहड़ी कि तुसीं अनुवाद कीती है अंग्रेजी तो तुसीं अनुवाद कीती है मूल तां ओहदा होर है और ਉਹਦੇ ਬਾਰੇ बहुत सारे लेख अज तक छप रहे हैं और ये कहा जा रहा है कि जंग बहादुर गोयल ने यही रचना इस तरह की है जिवें मूल रूप से तुहाडी अपनी रचना होंदी जी ਉਹ ਇਸ ਤਰ੍ਹਾਂ ਹੈਗਾ ਕਈ ਕਿਤਾਬਾਂ ਜਿਹੜੀਆਂ ਹੈਗੀਆਂ ਨਾ ਮਦਨਦੀਪ ਜੀ ਉਹ ਤੁਹਾਨੂੰ ਇੰਨਾ ਤੁਹਾਡੀ ਰੂਹ ਦਾ ਤੁਹਾਡੀ ਆਤਮਾ ਦਾ ਉਹ ਇੱਕ ਅਨਿੱਖੜਵਾਂ ਅੰਗ ਬਣ ਜਾਂਦੀ ਹੈ ਤਾਂ ਜਿੱਦਾਂ ਸਕਿਨ ਜਿਹੜੀ ਹੈਗੀ ਹੈ ਨਾ ਉਹ ਤੁਹਾਡੇ ਸਕਿਨ ਵਾਂਗੂ ਤੁਹਾਡੇ ਨਾਲ ਚੁੰਬੜ ਜਾਂਦੀ ਹੈ ਇਹ ਖਲੀਲ ਜਿਬਰਾਨ ਦੀ ਰਚਨਾ ਜਿਹੜੀ ਹੈ ਉਹ ਐਜੀ ਸੀ ਇਹਨੂੰ ਮੈਂ ਆਤਮਸਾਤ ਜਿੱਦਾਂ ਅੱਛਾ ਤੁਸੀਂ ਹੈਰਾਨ ਹੋਵੋਗੇ ਕਿ ਕੁਝ ਮੈਨੂੰ ਬਹੁਤ ਯਤਨ ਨਹੀਂ ਕਰਨਾ ਪਿਆ ਇਸ ਨੂੰ ਇਹਦਾ ਅਨੁਵਾਦ ਕਰਨ ਵਾਸਤੇ ਹਾਲਾਂਕਿ ਅਨੁਵਾਦ ਕਰਨ ਵੇਲੇ ਮੇਰੇ ਮਨ ਦੇ ਵਿੱਚ ਬੜਾ ਡਰ ਸੀ ਦੋ ਮਹਾਨ ਆਦਮੀ ਇੱਕ ਪਾਸੇ ਮਿਖਾਇਲ ਨੇਮੀ ਜਿਹੜਾ ਉਹਦਾ ਜੀਵਨੀਕਾਰ ਤੇ ਦੂਜੇ ਪਾਸੇ ਖਲੀਲ ਜਿਬਰਾਨ ਤੇ ਦੋਨੋਂ ਹੀ ਮੈਟਾਫਿਜ਼ੀਕਲ ਉਚਾਈਆਂ ਤੇ ਬਿਯੋਂਡ ਤੇ ਉਹਨਾਂ ਦੀ ਸੋਚ ਦੇ ਬਰਾਬਰ ਉਤਰਨਾ ਮੈਂ ਡਰਦਾ ਸੀ 15-16 ਸਾਲ ਪਹਿਲਾਂ ਇਹ ਕਿਤਾਬ ਜਿਹੜੀ ਹੈਗੀ ਹੈ ਮੇਰੇ ਪਰਮ ਮਿੱਤਰ ਸੁਰਿੰਦਰ ਸ਼ਰਮਾ ਨੇ ਮੈਨੂੰ ਦਿੱਤੀ ਸੀ ਅੱਛਾ ਤੇ ਉਹਨਾਂ ਨੇ ਮੈਨੂੰ ਇਹ ਗੱਲ ਵੀ ਕਹੀ ਸੀ ਨਾਲ ਬਈ ਇਹ ਬਹੁਤ ਵਧੀਆ ਗੱਲ ਹੋਊਗੀ ਜੇ ਕਿਤੇ ਇਹਦਾ ਪੰਜਾਬੀ ਚ ਅਨੁਵਾਦ ਹੋ ਜਾਏ ਸੁਜੈਸ਼ਨ ਦੇ ਤੌਰ ਤੇ ਉਹਨਾਂ ਨੇ ਗੱਲ ਕੀਤੀ ਸੀ ਇਹ ਗੱਲ ਮੈਨੂੰ ਯਾਦ ਤਾਂ ਰਹੀ ਉਹਨਾਂ ਦੀ ਪਰ ਮੈਂ 15 ਸਾਲ ਤੱਕ ਹੌਸਲਾ ਨਹੀਂ ਕਰ ਸਕਿਆ ਇਸ ਇਹਦਾ ਅਨੁਵਾਦ ਕਰਨਾ ਅਚਾਨਕ ਜਦੋਂ ਸ਼ੁਰੂ ਹੋਇਆ ਤਾਂ ਸੱਚ ਮੰਨਿਓ ਕਿ ਮੈਂ ਕਿਸੇ ਨੂੰ ਦੱਸਿਆ ਵੀ ਨਹੀਂ ਕਰਦੀ ਅੱਛਾ ਮੈਂ ਅਨੁਵਾਦ ਕਰ ਰਹੀ ਤਾਂ ਬਿਨਾਂ ਮਤਲਬ ਇਹਨੂੰ ਫੇਰ ਕਰਨੀ ਵੀ ਇੰਨਾ ਮੈਂ ਸਮਝਦਾ ਕਿ ਇਸ ਕਦਰ ਉਹ ਸ਼ਬਦ ਜਿਹੜੇ ਹੈਗੇ ਆ ਉਹ ਆਪਣੇ ਆਪ ਹੀ ਉਹਨਾਂ ਦੀ ਬਾਰਿਸ਼ ਹੁੰਦੀ ਨਹੀਂ ਕਦੇ ਕਦੇ ਐਸਾ ਹੁੰਦਾ ਜੀ ਜਦੋਂ ਤੁਸੀਂ ਐਸੀ ਮਾਨਸਿਕ ਸਥਿਤੀ ਦੇ ਵਿੱਚ ਹੁੰਦੇ ਹੋ ਬਈ ਖੁਦ ਹੀ ਕੋਈ ਚੰਗਾ ਕੰਮ ਤੁਹਾਡੇ ਕੋਲ ਹੋ ਜਾਂਦਾ ਹੈ ਇਲਹਾਮੀ ਡਿਊਟੀ ਬਸ ਕੁਦਰਤ ਮੇਰਾ ਇਸ ਕੋਈ ਨਹੀਂ ਹੁਣ ਜਿੱਦਾਂ ਹੁਣ ਮੈਂ ਗੱਲ ਕਰੂੰਗਾ ਕਿ ਹੁਣ ਫਰੈਂਕ ਸਾਹਿਬ ਨੇ ਜਿਹੜਾ ਮੇਰਾ ਦਾਗਿਸਤਾਨ ਦਾ ਅਨੁਵਾਦ ਕੀਤਾ ਜੀ ਉਹ ਹੁਣ ਮੇਰਾ ਦਾਗਿਸਤਾਨ ਰੂਸ ਦੀ ਕਿਤਾਬ ਥੋੜੇ ਬਣਾਏਗੀ ਉਹਦਾ ਪੰਜਾਬੀ ਦੀ ਕਿਤਾਬ ਹੋਊਗੀ ਜਿੰਨਾ ਪੰਜਾਬੀ ਦੇ ਵਿੱਚ ਮੇਰਾ ਦਾਗਿਸਤਾਨ ਵਿਕਿਆ ਹੈ ਔਰ ਜਿੰਨਾ ਲੋਕਾਂ ਨੇ ਪਿਆਰ ਕੀਤਾ ਉਹਨਾਂ ਕਿਸੇ ਹੋਰ ਕਿਤਾਬ ਨੂੰ ਪਿਆਰ ਹੀ ਨਹੀਂ ਕੀਤਾ ਉਹਨਾਂ ਨੇ ਪੰਜਾਬੀ ਇੱਕ ਆਦਮੀ ਨੂੰ ਲੋਕ ਗੀਤਾਂ ਵਾਂਗੂ ਉਹਦੇ ਅਲਫਾਜ਼ ਯਾਦ ਹੈ ਤਾਂ ਹੁਣ ਫਰੈਂਕ ਸਾਹਿਬ ਦੇ ਹੋਰ ਕਿਤਾਬਾਂ ਦੇ ਜਿਹੜੇ ਅਨੁਵਾਦ ਹੈ ਉਹ ਸ਼ਾਇਦ ਉਸ ਲੈਵਲ ਦੇ ਨਹੀਂ ਹੈਗੇ ਹਾਂ ਉਸ ਪਾਰਾਏ ਦੇ ਉਸ ਲੈਵਲ ਦੇ ਸ਼ਾਇਦ ਨਾ ਹੋਣ ਮੈਂ ਹੋਰ ਜ਼ਿਆਦਾ ਪੜ੍ਹੇ ਨਹੀਂ ਉਹਨਾਂ ਦੇ ਅਨੁਵਾਦ ਇਸ ਕਰਕੇ ਮੈਂ ਟਿੱਪਣੀ ਵੀ ਕਰਨ ਦੀ ਲੋੜ ਨਹੀਂ ਹੈ ਪਰ ਇਹ ਕੋਈ ਇਲਹਾਮ ਦੇ ਜਿੱਦਾਂ ਤੁਸੀਂ ਸ਼ਬਦ ਵਰਤੇ ਹੈ ਉਹ ਕੋਈ ਇਲਹਾਮ ਦੀ ਅਵਸਥਾ ਹੀ ਹੋਣੀ ਹੈ ਜਿਸ ਦੇ ਵਿੱਚ ਉਹਨਾਂ ਨੇ ਮੇਰਾ ਦਾਗਿਸਤਾਨ ਦਾ ਅਨੁਵਾਦ ਕੀਤਾ ਤੇ ਹੋ ਸਕਦਾ ਮੈਂ ਵੀ ਨੇੜੇ ਤੇੜੇ ਕਿਤੇ ਖਲੀਲ ਜਿਬਰਾਨ ਦੇ ਘੁੰਮਦਾ ਫਿਰਦਾ ਹੋਵਾਂ ਜਿਹੜਾ ਇਹ ਮੇਰੇ ਹੱਥੋਂ ਕੰਮ ਹੋ ਗਿਆ ਪਰ ਇਹ ਦੇਖੋ ਗੱਲ ਇਸ ਤਰ੍ਹਾਂ ਸ਼ਬਦਾਂ ਤੋਂ ਹਮੇਸ਼ਾ ਡਰਦੇ ਰਹਿਣਾ ਚਾਹੀਦਾ ਇਹ ਬੜੇ ਸ਼ਕਤੀਸ਼ਾਲੀ ਸ਼ਬਦਾਂ ਤੋਂ ਡਰਨ ਤੋਂ ਭਾਵ ਕੀ ਹੈ ਜਿਹੜੇ ਆਪਦੇ ਮੂੰਹ ਚੋਂ ਨਿਕਲੇ ਜਾਂ ਆਪਦੇ ਮੂੰਹੋਂ ਨਿਕਲੇ ਸ਼ਬਦ ਵੀ ਜੀ ਆਪਦੇ ਸੋਚੇ ਸ਼ਬਦ ਵੀ ਜੀ ਔਰ ਕਦੇ ਕਦੇ ਤੁਸੀਂ ਤਾਂ ਮਦਨਦੀਪ ਜੀ ਆਪ ਵੱਡੇ ਵੱਡੇ ਪੱਤਰਕਾਰ ਰਹੇ ਹੋ ਸੰਪਾਦਕ ਰਹੇ ਹੋ ਲਿਖਾਰੀ ਹੋ ਤੁਹਾਨੂੰ ਪਤਾ ਹੈ ਕਿ ਕਈ ਵਾਰੀ ਜਦੋਂ ਆਪਣਾ ਸਾਹਮਣੇ ਕਾਗਜ਼ ਵੀ ਹੁੰਦਾ ਪੈਨ ਵੀ ਹੁੰਦਾ ਤਾਂ ਇੱਕ ਅੱਖਰ ਵੀ ਜਿਹੜਾ ਹੈ ਨਹੀਂ ਸੁਝਦਾ ਔਰ ਆਪਾਂ ਮਰੋੜ ਕੇ ਚਾਹ ਦਾ ਪਿਆਲਾ ਪੀ ਕੇ ਸੋਚਦੇ ਫਿਰ ਕਰਾਂਗੇ ਤੁਹਾਡੇ ਕਹਿਣ ਦਾ ਮਤਲਬ ਅੱਖਰ ਦੀ ਮਰਜ਼ੀ ਹੈ ਕਿ ਅੱਖਰ ਦੀ ਮਰਜ਼ੀ ਹੈ ਉਹ ਆਵੇ ਨਾ ਆਵੇ ਇਹ ਜ਼ਰੂਰੀ ਨਹੀਂ ਵੀ ਤੁਸੀਂ ਬੈਠ ਗਏ ਤੇ ਤੁਸੀਂ ਲਿਖ ਲਓਗੇ ਇਹ ਕੋਈ ਇਹ ਮਸ਼ੀਨੀ ਕੰਮ ਨਹੀਂ ਤਾਂ ਹੀ ਸ਼ਬਦ ਗੁਰੂ ਕਿਹਾ ਗਿਆ ਬ੍ਰਹਮ ਹੈ ਜੀ ਸ਼ਬਦ ਬ੍ਰਹਮ ਹੈ ਤੁਸੀਂ ਵਿਹਲੇ ਤਾਂ ਬੈਠ ਨਹੀਂ ਸਕਦੇ ਅੱਜ ਵੀ ਤੁਸੀਂ ਪੂਰੀ ਤਰ੍ਹਾਂ ਆਪਣੇ ਕੰਮ 'ਚ ਰੁੱਝੇ ਹੋਏ ਹੋ
अजकल तुसीं की कर ਇਹ ਤੁਸੀਂ ਮੈਂ ਕੱਲ ਹੀ ਇੱਕ ਨਾਵਲ ਹਿੰਦੀ ਨਾਵਲ ਦਾ ਅਨੁਵਾਦ ਜਿਹੜਾ ਹੈ ਪਹਿਲੀ ਵਾਰੀ ਮੈਂ ਭਾਰਤੀ ਸਾਹਿਤ ਦੀ ਕੋਈ ਕਿਤਾਬ ਜਿਹੜੀ ਹੈਗੀ ਹੈ ਉਸ ਦਾ ਅਨੁਵਾਦ ਮੈਂ ਕੀਤਾ ਹੈ। पहली बार भारतीय साहित्य का अनुवाद किया किसी किताब का किसी भारतीय साहित्य किताब एक किताब हैगी भूलन खाता। अच्छा। छत्तीसगढ़ के लेखक हैं संजीव बख्शी जी। तो उन्होंने ये पूरा नावल 2011 ਦੇ ਵਿੱਚ वाया मैगजीन च छपया सी ते वो मैं पढ़िया ते एक किताब भी सुंदर शर्मा ने मैंने 2012 च फोटो स्टार करा के मैंने भेजी। अच्छा। तो नाल उन्होंने कहा भी मैं संजीव बख्शी का टैलीफोन नंबर भी उन्होंने प्रोक्योर किया। अच्छा। भी मैं भेजने हैं तुहानू ते ये मैंने नावल बहुत चंगा लग्या। हाँ। ते ये पंजाबी चाले तो बहुत अच्छी गल। हाँ। ये देख लो 10 साल प्यार है। 10 साल प्यार 10 साल मेरे को ਤੁਹਾਡੇ ਕੋਲ ਪਿਆ ਹੈ। अच्छा। मैं संजीव बख्शी और नाल कोई 2 साल पहला उन्होंने गल की परमिशन लेने ली। परमिशन। हाँ। वो कहना आप करो, अंग्रेजी में भी हो गया, मराठी में भी और भी कई भाषाओं में हुआ। अच्छा। आप जरूर करो, मुझे खुशी होगी। वो फिर भी मैं प्यार है छोटा सा नावल है 100 से। तो फिर मैं हूँ पिछे जो लग के अनुवाद किया वो भेजे है सिंह ब्रदर्स में छापने वास्ते। तो उन्हीं देर च मैनू इसका पता लग्या बड़ी खुशनुमा खबर था कि भूलन अनुवाद करने तो बाद मैनू पता लग्या अज ही मैनू ओदा पोस्टर मिले है कि भूलन ये खबर तो मैं पहला पढ़ ली सी। भूलन कांदा नावल के आधारित फिल्म बनी। उस फिल्म नू राष्ट्रीय पुरस्कार रीजनल पिक्चर्स दे विच फिल्म्स दे विच उसनू राष्ट्रीय पुरस्कार मिलिया और उस दे विच बड़ी नुमाया तौर दे उत्ते जिहड़ा रोल है वो राजेंद्र गुप्ता जी ने उस दे विच रोल कीता है। अच्छा। ये साडे हिंदी जगत के बहुत ही बड़े एक्टर है, कलाकार है, उन्हां दा उस बड़ा मुख्य किरदार है उस। अच्छा। ते अज उन्होंने पोस्टर रिलीज किया है सारे हिंदुस्तान दे विच वो फिल्म है वो 27 तारीख को रिलीज हो गई। देखो हुण प्रकाशक मैं तो उन्होंने यही अर्ज की है भी तुसीं पढ़ के देख लो जो तुहानूं लगता है ठीक उचित लगता है योग लगता है फिर छापण की कृपालता करो। कोई अवार्ड की गल भी तुसीं कर रहे सी किसी। अच्छा। हाँ। वो मैं वो नावल पढ़िया जी हुणे ही। हाँ। वो मेरे सराहनी पे है वो रेत समाधि है गीतांजलि श्रीला जी। हाँ। इस पहले बारी तो खुशी होगी जान की जी कि हिंदी का कोई नावल पहले बारी इंटरनेशनल बुकर प्राइज वास्ते शॉर्ट लिस्ट हुई। इंटरनेशनल बुकर प्राइज मैं श्रोतियों की जानकारी दसना चाहना है कि एक तो बुकर प्राइज है जिस अरुंधति राय ते सलमान रुश्दी मिल चुके हैं। वो मिलता है जिहड़े इंग्लैंड के न्यूजीलैंड के या कॉमनवेल्थ कंट्रीज के राइटर्स हैं उन्होंने अंग्रेजी च नावल लिखे हो और कॉमनवेल्थ कंट्रीज के नागरिक हो उन्होंने मिलता है बुकर प्राइज। एक उन्होंने इंटरनेशनल बुकर शुरू किया। अच्छा। उन्होंने क्या भी दुनिया भर के वधिया नावल लिखे जा रहे हैं पर वो नावल इस करके अणगौले रह जाते हैं क्योंकि उन्होंने अंग्रेजी ट्रांसलेशन नहीं होया जिदा तुसीं पहलां कही। वो कहते किसी भाषा का नावल हो जे वो अंग्रेजी ट्रांसलेशन होया है दूजी शर्त यह है कि वो छपया हो इंग्लैंड च। अच्छा। या न्यूजीलैंड। अच्छा। ਉਹਦਾ ਪ੍ਰਕਾਸ਼ਨ ਜਿਹੜਾ ਹੈਗਾ ਉਹ ਨਿਊਜ਼ੀਲੈਂਡ ਜਾਂ ਇੰਗਲੈਂਡ ਹੋ ਗਏ ਤਾਂ ਫਿਰ ਉਸ ਨੂੰ ਅਸੀਂ ਇੰਟਰਨੈਸ਼ਨਲ ਬੁੱਕਰ ਵਾਸਤੇ ਕੰਸੀਡਰ ਕਰਾਂਗੇ। अच्छा। अच्छा। ਇਹਦੀ ਰਾਸ਼ੀ $50,000 ਹੈਗੀ। $25,000 ਉਹ ਟ੍ਰਾਂਸਲੇਟਰ ਨੂੰ ਦਿੰਦੇ, $25,000 ਉਹ ਓਰੀਜਨਲ ਰਾਈਟਰ ਨੂੰ। ਤਾਂ ਐਕਟੀ ਜਿਹੜੀਆਂ ਹੈਗੀਆਂ 135
ਨਾਵਲ ਕੰਸੀਡਰ ਕੀਤੇ। ਕੋਈ ਰਾਈਟਰ ਆਪਦੇ ਵੱਲੋਂ ਨਹੀਂ ਭੇਜ ਸਕਦਾ ਉਸ ਐਂਟਰੀ, ਉਹ ਉਹਨਾਂ ਦਾ ਪੈਨਲ ਬਣਿਆ, ਉਹੀ ਆਪੇ ਰਿਕਮੈਂਡ ਕਰਦੇ। 135 ਕਿਤਾਬਾਂ ਕੰਸੀਡਰ ਹੋਈਆਂ, ਉਹਨਾਂ ਚੋਂ 13 ਕਿਤਾਬਾਂ 11 ਮੁਲਕਾਂ ਦੀਆਂ ਉਸ ਲੌਂਗ ਲਿਸਟ ਪਰ। ਉਸ ਲੌਂਗ ਲਿਸਟ 'ਚ ਵੀ ਆਪਣਾ ਇਹ ਨਾਵਲ ਆਇਆ। ਉਸ ਲੌਂਗ ਲਿਸਟ ਤੋਂ ਬਾਅਦ 7 ਅਪ੍ਰੈਲ ਨੂੰ ਲੰਡਨ ਦੇ ਵਿੱਚ ਬੁੱਕ ਫੇਅਰ ਸੀਗਾ, ਉਹਦੇ ਵਿੱਚ ਉਹਨਾਂ ਨੇ ਡਿਕਲੇਅਰ ਕੀਤੀ ਸ਼ਾਰਟ ਲਿਸਟ। ਉਹ ਸ਼ਾਰਟ ਲਿਸਟ ਦੇ ਵਿੱਚ 6 ਨਾਵਲ ਹੈ। ਉਹ 6 ਨਾਵਲਾਂ 'ਚ ਵੀ ਇਹ ਗੀਤਾਂਜਲੀ ਸ਼੍ਰੀ ਦਾ ਇਹ ਨਾਵਲ ਆ ਗਿਆ। ਤੇ ਤੁਹਾਨੂੰ ਸੁਣ ਕੇ ਹੈਰਾਨੀ ਹੋਏਗੀ ਕਿ 6 ਨਾਵਲਾਂ 'ਚੋਂ 5 ਨਾਵਲ ਔਰਤਾਂ ਦੇ ਲਿਖੇ ਗਏ। ਵਾਹ 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 ਵਾਹ। ਅੱਛਾ, ਸਿਰਫ ਇੱਕ ਨਾਵਲ ਹੈ ਜਿਹੜਾ ਮੇਲ ਰਾਈਟਰ ਦਾ ਹੈ। 6 ਨਾਵਲ ਜਿਹੜੇ ਹੈਗੇ, ਇੱਕ ਕੋਰੀਅਨ ਦੀ ਲੇਡੀ ਹੈ, ਇੱਕ ਜਾਪਾਨ ਦੀ ਲੇਡੀ ਹੈ, ਅਰਜਨਟੀਨਾ ਦੀ ਹੈ, ਇੱਕ ਪੋਲੈਂਡ ਦੀ ਹੈ। ਪੋਲੈਂਡ ਤੋਂ ਉਲਗਾ ਨੂੰ ਨੋਬਲ ਪ੍ਰਾਈਜ਼ ਵੀ ਮਿਲ ਚੁੱਕਾ। ਇੱਕ ਸਾਡੀ ਹੈ ਗੀਤਾਂਜਲੀ ਸ਼੍ਰੀ ਹੈ। ਤੇ ਹੁਣ ਇਹਦਾ ਫੈਸਲਾ ਜਿਹੜਾ ਹੈਗਾ 26 ਮਈ ਨੂੰ ਹੋਣਾ। ਠੀਕ ਹੈ। ਤਾਂ ਇਹ ਨਾਵਲ ਵਾਸਤੇ ਬੜੇ ਬੜੇ ਲੋਕਾਂ ਨੇ ਬੜਾ ਕੁਛ ਕਿਹਾ। ਮੈਨੂੰ ਇਹ 2 ਵਾਰੀ 3 ਵਾਰੀ 4 ਵਾਰੀ ਜ਼ਰੂਰ ਪੜ੍ਹਨਾ ਪੈਣਾ ਇਹਦੀ ਤਹਿ ਤੱਕ ਜਾਣ ਵਾਸਤੇ। ਤੇ ਕਿਉਂਕਿ ਜ਼ਰੂਰ ਇਸ ਦੇ ਵਿੱਚ ਐਸੀ ਖੂਬਸੂਰਤੀ ਹੋਏਗੀ ਇਸ ਦੇ ਸ਼ਿਲਪ ਵਿਧਾਨ ਦੇ ਵਿੱਚ, ਜਿਹੜਾ ਇਸ ਦੀ ਕਥਾ ਦੇ ਵਿੱਚ, ਜਿਸ ਦੇ ਨਾਲ ਜਿਸ ਕਰਕੇ ਇਸ ਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸਨਮਾਨਿਤ ਕੀਤਾ ਗਿਆ। ਬਿਲਕੁਲ। ਗੁਲ ਸਾਹਿਬ, ਤੁਸੀਂ ਮੈਂ ਜਿਹੜੀ ਤੁਹਾਡੇ ਤੋਂ ਨਵੀਂ ਗੱਲ ਪੁੱਛਣ ਲੱਗਿਆ ਹਾਂ, ਤੁਸੀਂ ਮਾਲਵੇ ਦੀ ਉਸ ਧਰਤੀ ਨਾਲ ਸੰਬੰਧ ਰੱਖਦੇ ਹੋ, ਉੱਥੋਂ ਦੇ ਜਨਮੇ ਹੋ, ਜਿਹੜਾ ਇਤਿਹਾਸਕ ਵੀ ਹੈ ਤੇ ਮਾਡਰਨ ਸਿਟੀ ਵੀ ਹੈ। ਜੈਤੋ ਮਾਡਰਨ ਸਿਟੀ ਇਸ ਕਰਕੇ ਹੈਗਾ ਕਿ ਉਹਨੂੰ ਬਣਦੇ ਹੋਏ ਸ਼ਾਇਦ ਤੁਸੀਂ ਖੁਦ ਵੀ ਦੇਖਿਆ ਹੋਣਾ ਜੀ, ਠੀਕ ਹੈ ਨਾ। ਉਸਾਰੀ ਹੁੰਦੇ ਹੌਲੀ ਹੌਲੀ ਕਰਕੇ ਆਉਂਦੇ, ਔਰ ਇਤਿਹਾਸਿਕ ਇਸ ਕਰਕੇ ਹੈਗਾ ਕਿ ਬਹੁਤ ਸਾਰੇ ਜਿਹੜੇ ਆਜ਼ਾਦੀ ਦੇ ਯੁੱਧ ਹੈ ਉਹ ਜੈਤੋ ਦੇ ਨਾਲ ਜੁੜੇ ਹੋਏ ਆ। ਜੈਤੋ ਦੇ ਕਈ ਮੋਰਚੇ ਆ ਜਿਨ੍ਹਾਂ ਦਾ ਜ਼ਿਕਰ ਹੈ, ਵੱਖ-ਵੱਖ ਪਾਰਟੀਆਂ ਵੀ ਕਰਦੀਆਂ, ਵੱਖ-ਵੱਖ ਇਤਿਹਾਸਿਕ ਕਿਤਾਬਾਂ ਵੀ ਉਹਦਾ ਜ਼ਿਕਰ ਕਰਦੀਆਂ। ਜੀ ਜੀ। ਤੁਸੀਂ ਮਲਵਈ ਹੋ, ਤੁਹਾਡੇ ਨਾਂ ਤੋਂ ਤੇ ਤੁਹਾਡੀ ਸ਼ਕਲੋ ਸੂਰਤ ਤੋਂ ਦੇਖ ਕੇ ਤੁਹਾਨੂੰ ਤੁਹਾਡੇ ਤੇ ਕਦੇ ਕਿਸੇ ਨੇ ਸ਼ੱਕ ਵੀ ਕੀਤਾ ਕਿ ਤੁਸੀਂ ਪੰਜਾਬੀ ਲੇਖਕ ਹੋ ਸਕਦੇ ਹੋ? ਮੈਨੂੰ ਤਾਂ ਇੰਟਰਵਿਊਜ਼ ਦੇ ਵਿੱਚ ਅਕਸਰ ਇਹ ਪੁੱਛਿਆ ਜਾਂਦਾ ਹੈ ਵੀ ਹਾਊ ਯੂ ਹੈਪਨ ਟੂ ਬੀ ਜੰਗ ਬਹਾਦਰ ਐਂਡ ਦੈਨ ਗੋਇਲ। ਜੰਗ ਬਹਾਦਰ ਤੇ ਗੋਇਲ ਦਾ ਆਪਸ ਕੀ ਮੇਲ ਹੈ? ਤੇ ਮੈਂ ਪਹਿਲਾਂ ਗੋਇਲ ਨਾਲ ਲਾਉਂਦਾ ਨਹੀਂ ਹੁੰਦਾ ਸੀ, ਫਿਰ ਚਲੋ ਲੱਗ ਗਿਆ। ਤੋ IAS ਦੇ ਵਿੱਚ ਜਦੋਂ ਮੈਂ IAS ਸਿਲੈਕਟ ਹੋਇਆ 1972 ਬੈਚ ਦੇ ਵਿੱਚ, ਤਾਂ ਉੱਥੇ ਮਿਸਟਰ ਕਿਦਵਈ ਚੇਅਰਮੈਨ ਸੀ। ਉਹਨਾਂ ਨੇ ਮੈਨੂੰ ਜਾਣਦੇ ਸਾਰੀ ਇਸ ਪਾਰਟ ਯੂ ਆਰ ਜੰਗ ਬਹਾਦਰ। ਮੈਂ ਜੰਗ ਬਹਾਦਰ ਕਰ ਲਿਆ। ਯੂ ਆਰ ਫਰੋਮ ਪੰਜਾਬ? ਮੈਂ ਵੀ ਫਰੋਮ ਪੰਜਾਬ। Why not? Your parents are Punjabi. Your mother is Punjabi. Your father is नेपाली। नेपाली यही कह रहा ਸੀ नेपाली। दरअसल बिल्कुल ठीक गल है। मेरा नाम मदनदीप जी नेपाल ਦੇ ਇੱਕ ਬਹੁਤ ਮਹਾਨ ਬੁੱਧੀਜੀਵੀ ਦੇ ਨਾਮ ਤੇ ਰੱਖਿਆ। ਅੱਛਾ। ਜਿਹਦਾ ਸਾਡੇ ਪੰਜਾਬ ਦੇ ਨਾਲ ਬਹੁਤ ਨੇੜਲਾ ਤਾਲੁਕ ਹੈ। ਰਾਣਾ ਜੰਗ ਬਹਾਦਰ ਟ੍ਰਿਬਿਊਨ ਦੇ ਐਡੀਟਰ। ਬਿਲਕੁਲ 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 ਬਿਲਕੁਲ। ਉਹ ਮੈਂਬਰ ਪਾਰਲੀਮੈਂਟ ਵੀ ਰਹੇ ਬਾਅਦ ਚ, ਨੈਸ਼ਨਲਿਸਟ ਸੀਗੇ ਬਹੁਤ ਜ਼ਿਆਦਾ। ਔਰ ਤੁਹਾਨੂੰ ਤੁਸੀਂ ਤਾਂ ਇਤਿਹਾਸ ਦੇ ਸਟੂਡੈਂਟ ਹੋ, ਤੁਹਾਨੂੰ ਇਹ ਪਤਾ ਹੋਵੇਗਾ ਕਿ ਉਹਨਾਂ ਦੀ ਭਗਤ ਸਿੰਘ ਨਾਲ ਬੜੀ ਨੇੜਤਾ ਸੀ। ਬਿਲਕੁਲ। ਜਦੋਂ ਲਾਹੌਰ ਦੇ ਵਿੱਚ ਸੀਗੇ ਤਾਂ ਲਾਹੌਰ ਕਈ ਦਿਨ ਜਿਹੜੇ ਹੈਗੇ ਆ ਉਹ ਰਾਣਾ ਜੰਗ ਬਹਾਦਰ ਕੋਲ ਰਹੇ। ਤਾਂ ਰਾਣਾ ਜੰਗ ਬਹਾਦਰ ਜਦੋਂ ਟ੍ਰਿਬਿਊਨ ਦੇ ਬੜੇ ਵੱਡੇ ਐਡੀਟਰ ਸੀ ਜੀ। ਟ੍ਰਿਬਿਊਨ ਤਾਂ ਪੰਜਾਬ ਦੀਆਂ ਰਗਾਂ 'ਚ ਹੈ। ਮੁੱਢਲਾ ਉਹ ਜੈਤੋ ਆਏ ਸੀ ਜੀ। ਅੱਛਾ। ਤੇ ਜੈਤੋ ਜਿਹੜਾ ਹੈਗਾ ਉਹਨਾਂ ਦਾ ਸਵਾਗਤ ਹੋਇਆ ਬਹੁਤ ਜ਼ਿਆਦਾ। ਓਰੇਟਰ ਸਪੀਕਰ ਬਹੁਤ ਅੱਛੇ ਸੀ। ਤੇ ਜਿਸ ਦਿਨ ਉਹ ਆਏ 23 ਅਗਸਤ 1946 ਨੂੰ ਜੈਤੋ ਵਿਜ਼ਿਟ ਕੀਤਾ।
हाँ उसे रात में मेरा जन्म होया। ओ अच्छा, वो मेरे फादर ने उसे मेरी हाँ। क्योंकि प्रभावित होके आई थी जलसा सुन के। हाँ वो तो बड़े प्रभावित सी राणा चंद बहादुर। हाँ वो बड़ा खूबसूरत, बड़ा लंबालन जा तक तक करता चेहरा। हुण तक भी सानू कहानियां सुनते सी आपके जीवन काल च, जो भी उन्होंने जिक्र करना राणा चंद बहादुर का, तो बड़ी अकीदत नाल उन्होंने जिक्र करते सी। उन्होंने दे नाम दे उत्ते उन्होंने मेरा नाम ਇਹਦਾ ਜ਼ਿਕਰ ਵਾਇਆ ਬਠਿੰਡਾ ਵਿੱਚ ਨਹੀਂ ਆਇਆ। नहीं ये ना एक ਪ੍ਰੇਮ ਕਥਾ ਜ਼ਰੂਰ ਆਇਆ, ਇਹ ਨਹੀਂ ਪਤਾ ਉਹ ਤੁਹਾਡੀ ਨਿੱਜੀ ਪ੍ਰੇਮ ਕਥਾ ਹੈ ਜਾਂ वो उधर ही बस ਅੱਛਾ। ਇਹਦੇ ਚ ਇੱਕ ਜਿਹੜੀ ਗੱਲ ਹੈ ਕਿ ਤੁਸੀਂ ਜੈਤੋ ਨੂੰ ਬਿਲੋਂਗ ਕਰਦੇ ਹੋ, ਜੈਤੋ ਦੇ ਵਿੱਚ ਬਹੁਤ ਵੱਡੇ ਲੇਖਕ ਪੈਦਾ ਹੋਏ ਆ। ਇੱਕ ਗੱਲ ਮੈਂ ਤੁਹਾਡੇ ਤੋਂ ਪੁੱਛਣੀ ਚਾਹੁੰਦਾ ਆ, ਮੇਰੀ ਬੜੀ ਇੱਛਾ ਰਹੀ ਹੈ ਤੁਹਾਡੇ ਨਾਲ ਇਸ ਬਾਰੇ ਗੱਲ ਕਰਨ ਦੀ। ਤੁਸੀਂ ਦੁਨੀਆ ਭਰ ਦਾ ਸਾਹਿਤ ਪੜ੍ਹਿਆ, ਦੁਨੀਆ ਭਰ ਦੇ ਵੱਡੇ ਵੱਡੇ ਨਾਵਲ ਪੜ੍ਹੇ ਆ, ਦੁਨੀਆ ਭਰ ਦੇ ਤੁਸੀਂ ਉਹ ਨਾਵਲ ਪੜ੍ਹਿਆ ਜਿਹਦਾ ਕਈਆਂ ਨੇ ਜ਼ਿਕਰ ਨਹੀਂ ਸੁਣਿਆ ਹੋਇਆ। ਜਦੋਂ ਅੰਗਰੇਜ਼ੀ ਦੇ ਵਿੱਚ ਰੇਅਰ ਸੀ, ਲੱਭਦੇ ਨਹੀਂ ਹੁੰਦੇ ਸੀ, ਤੁਸੀਂ ਲੱਭ ਲੱਭ ਕੇ ਪੜ੍ਹੇ ਹੋਏ ਆ, ਚਾਹੇ ਸੁਰਿੰਦਰ ਸ਼ਰਮਾ ਜੀ ਨੇ ਮਦਦ ਕੀਤੀ ਹੋਵੇ ਜਾਂ ਤੁਸੀਂ ਆਪ ਖੋਜੀ ਹੋਵੇ। बिल्कुल बिल्कुल ਇਸ ਤਰ੍ਹਾਂ ਦੇ ਮੈਨੂੰ ਪਤਾ ਹੈ। ਪੰਜਾਬੀ ਦੇ ਵਿੱਚ ਕਾਫੀ ਜ਼ਿਕਰ ਹੁੰਦੇ ਆ, ਨਾਵਲਿਸਟ ਦਾ ਜ਼ਿਕਰ ਹੁੰਦਾ ਹੈ, ਹੋਰ ਵੀ ਹੁੰਦਾ ਹੈ। ਪੰਜਾਬੀ ਦੇ ਵਿੱਚ ਦੋਸਤੋਵਸਕੀ, ਟੋਲਸਟਾਏ ਜਾਂ ਤੁਰਗਦੇਵ ਇਸ ਤਰ੍ਹਾਂ ਦੇ ਕਿਉਂ ਨਹੀਂ ਪੈਦਾ ਹੋਏ? ਈਗੋ ਵਰਗੇ ਬੰਦੇ ਕਿਉਂ ਨਹੀਂ ਪੈਦਾ ਹੋਏ? देखो इस तरह है, हर भौगोलिक खिता जो है दुनिया के हर भौगोलिक खिते में वो जिदा जलवायु वखरा होंगे तो उदा ही जी है समस्यावां पिछोकड़ सारा एक वखरा होंगे। पंजाब दे विच उन्हां वर्गे मैं समझदा भी उन्होंने तो वड्डे भी होने नहीं। जे मैं नॉवल की गल करा, आधुनिक नॉवल की गल कर शुरू तो लैके हुण तक। हाँ नॉवल दे चाहे तुसीं नानक सिंह तो गल कर लो, चाहे तुसीं जसवंत कंवल की गल कर लो, चाहे तुहाडे ग्राईं की गल कर लो। नहीं आपां जिहड़ी हैगी है देखो असीं पंजाबी साहित्य की जो गल करते हैं तो उदों असीं भारतीय साहित्य के परिपेख के विच जे गल करिए, क्योंकि बहुत बड़ा एक अपने आप दे विच ही एक दुनिया है हिंदुस्तान। मैं नॉवल की विशेष रूप से गल कर रहा। हाँ नॉवल के खेत्र दे विच ही मैं समझदा कि घट्टो घट्ट तुसीं 10 नावल पंजाबी दे ऐसे चुन सकदे हो जिहड़े कि साडी लैंग्वेज दा क्लासिक है नहीं है। भारतीय साहित्य भी वो क्लासिक हो सकती है। उन्हां चों कुछ नावल जे अंग्रेजी दे विच ट्रांसलेट होए हुंदे तां ओह इन्हां दा दुनिया दे जिस तरह हुण गीतांजलि दी वेद समाधि नूं कोई नहीं जानदा सी, और मैं जे मैं तू सच पूछूं तां मैं इस नावल नूं दुनिया, क्योंकि मैं दुनिया के सारे नावल पढ़े, बहुत ज्यादा उच्चे उच्चे नावल पढ़े, जो उन्होंने मुकाबले मैं रख के इस कहा ये फ्रैंकली मैं कहा तो मैं कहूंगा भी दिस एन ओवर रेटेड नॉवल। अच्छा ओवर रेटेड, यस इट इज एन ओवर रेटेड नॉवल। इनू मैं हिंदी की भी कोई बहुत श्रेष्ठ रचना नहीं मिलूंगी। पंजाबी दे विच जे तुसी नावल मान लो 5 नावल कढने हो, हाँ ਤਾਂ ਤੁਸੀਂ ਕਿਹੜੇ ਨਾਵਲ ਉਹਦੇ ਚੋਂ ਕੱਢੋਗੇ? ਕਿਹੜੇ ਲੇਖਕ ਤੁਸੀਂ ਉਸ ਮੁਕਾਬਲੇ 'ਚ ਰੱਖੋਗੇ, ਜਾਂ 3 ਬੰਦੇ ਤੁਸੀਂ ਰੱਖਣੇ ਹੋਣ? देखो बिना किसी हिचकिचाहट नानक सिंह का पवित्र पानी, जसवंत सिंह कंवल का पूर्ण वश, गुरदयाल सिंह का अणहोए परसा, ये तुहाडी आप दी चॉइस है भी अणहोए नूं रखना है कि परसे नूं रखना है। मैं अणहोए नूं रखना चाहूंगा। दिलीप कौर टिवाणा का है जी की नाम से उन्होंने दिलीप कौर टिवाणा का नावल कथा कहो है जी, ते एहो हमारा जीवना, ठीक है, एहो हमारा जीवना ये है।
अमृता प्रीतम दा पिंजर, अमृता प्रीतम दा पिंजर। मौजूदा समय ਜਿਹੜੇ ਹੈ ਮਤਲਬ ਇੱਕ ਇਸ ਵੇਲੇ ਜਿਵੇਂ ਜਸਵੀਰ ਮੰਡ ਹੈ, ਜਸਵੀਰ ਮੰਡ ਤਾਂ ਖੈਰ ਉਹਨੇ ਜਸਵੀਰ ਮੰਡ ਦਾ ਦੇਖੋ, ਉਸ ਤੋਂ ਆਪਾਂ ਅੱਗੇ ਚਲੇ ਜਾਈਏ ਤਾਂ ਜਸਵੀਰ ਮੰਡ ਦਾ ਬੋਲ ਮਰਦਾਨਿਆਂ ਬਹੁਤ ਵਧੀਆ ਨਾਵਲ ਹੈ ਜੀ, ਬਹੁਤ ਅੱਛਾ। ਔਰ ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਜਿੰਨੀ ਇਸ ਨਾਵਲਕਾਰ ਦੀ ਚਰਚਾ ਹੋਣੀ ਚਾਹੀਦੀ ਸੀ, ਪਤਾ ਨਹੀਂ ਕੀ ਕਾਰਨ ਹੈ ਕਿ ਉਹਦੀ ਚਰਚਾ ਹੋ ਨਹੀਂ ਰਹੀ, ਨਹੀਂ ਪਤਾ ਨਹੀਂ ਕੀ ਇਸ ਦੇ ਕਾਰਨ ਹੈਗੇ। ਕਿਉਂਕਿ ਦੂਸਰਾ ਜਿਹੜਾ ਹੈਗਾ ਇਸ ਦੇ ਵਿੱਚ ਧੁੱਪ ਦਰਿਆ ਦੀ ਦੋਸਤੀ, ਉਹ ਨਾਵਲ ਦੀ ਬੜੀ ਚਰਚਾ। ਤੇ ਨਾਵਲ ਜਿਹੜੇ ਹੈਗੇ ਆ ਪੰਜਾਬੀ ਦੇ ਵਿੱਚ ਸ਼ਰਤੀ, ਹੁਣ ਸੁਖਬੀਰ ਜੀ ਦਾ ਨਾਵਲ ਆਪਣਾ ਸੜਕਾਂ ਤੇ ਕਮਰੇ ਹੈ ਜੀ, ਤੇ ਆਪਣੇ ਆਪ ਦੇ ਵਿੱਚ ਉਹ ਕਮਾਲ ਦਾ ਨਾਵਲ ਹੈ, ਜਿਸ ਦੇ ਵਿੱਚ ਬੰਬਈ ਜਿਹੜਾ ਹੈਗਾ ਇੱਕ ਸ਼ਹਿਰ ਪੂਰੇ ਦਾ ਪੂਰਾ ਮਹਾਨਗਰ, ਉਹ ਇੱਕ ਕਰੈਕਟਰ ਹੈ। ਜਿੱਦਾਂ ਜੇਮਸ ਜੋਇਸ ਦੇ ਨਾਵਲਸ ਦੇ ਵਿੱਚ ਪੂਰੇ ਸ਼ਹਿਰ ਜਿਹੜੇ ਹੈਗੇ, ਡਬਲਿਨ ਸ਼ਹਿਰ ਜਿਹੜਾ ਹੈਗਾ ਯੂਨੀਸਿਸ ਦੇ ਵਿੱਚ ਇੱਕ ਕਰੈਕਟਰ ਹੈ। ਤੁਸੀਂ 2 ਵਾਰ 3 ਵਾਰ ਜ਼ਿਕਰ ਕੀਤਾ ਕਿ ਚਰਚਾ ਨਹੀਂ ਹੋਈ ਉਸ ਰੂਪ 'ਚ ਜਿਵੇਂ ਹੋਣੀ ਚਾਹੀਦੀ ਹੈ, ਜਿਸ ਵਿੱਚ ਮੰਡ ਦੀ ਤੁਸੀਂ ਗੱਲ ਕੀਤੀ ਹੈ। ਇੱਕ ਮੈਂ ਜ਼ਰੂਰ ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿ ਪੰਜਾਬੀ ਦੇ ਵਿੱਚ ਜਿਹੜਾ ਸਾਹਿਤ ਨੂੰ ਅੱਗੇ ਤੋਰਨ ਦਾ, ਜਿਹਨੂੰ ਅਸੀਂ ਆਮ ਤੌਰ ਤੇ ਆਲੋਚਨਾ ਨਾਲ ਜੋੜਦੇ ਹਾਂ, ਅੱਗੇ ਤੋਰਨ ਤੋਂ ਮੇਰਾ ਭਾਵ ਇਹ ਹੈ ਵੀ ਕਿ ਜਿਹੜੇ ਲੋਕ ਨਹੀਂ ਜਾਣਦੇ ਵੀ ਨਵਾਂ ਕੀ ਹੈ ਨਾਵਲ ਸਾਹਿਤ ਦੇ ਵਿੱਚ ਕੀ ਰਚਿਆ ਗਿਆ ਹੈ, ਉਹਦੀ ਚਰਚਾ ਜਿਹੜੀ ਹੈ ਉਸ ਪੱਧਰ ਤੇ ਨਹੀਂ ਹੋ ਰਹੀ। ਕਿਸੇ ਜ਼ਮਾਨੇ ਬਹੁਤ ਹੁੰਦੀ ਸੀ, ਜਦੋਂ ਤੁਸੀਂ ਯੰਗ ਹੋਵੋਗੇ, ਮੈਂ ਯੰਗ ਸੀ, ਕਾਫੀ ਮਤਲਬ ਹੈ ਕਿ ਇਸ ਤਰ੍ਹਾਂ ਦੀ ਚਰਚਾ ਰਹਿੰਦੀ ਸੀ ਸੱਥਾਂ ਵਿੱਚ, ਸਾਹਿਤਕ ਸੱਥਾਂ ਵਿੱਚ ਬਹੁਤ ਚਰਚਾ ਹੁੰਦੀ ਸੀ। ਅੱਜ ਕੱਲ੍ਹ ਉਹ ਘਾਟ ਹੈ। ਤੁਸੀਂ ਕਦੇ ਇਹ ਮਹਿਸੂਸ ਕੀਤਾ ਹੈ ਕਿ ਜਿਹੜਾ ਕੰਮ ਹੋਣਾ ਚਾਹੀਦਾ ਹੈ ਪੰਜਾਬੀ ਸਾਹਿਤ ਵਿੱਚ, ਆਲੋਚਕਾਂ ਵੱਲੋਂ ਹੋਣਾ ਚਾਹੀਦਾ ਹੈ ਜਾਂ ਯੂਨੀਵਰਸਿਟੀਆਂ ਵੱਲੋਂ ਹੋਣਾ ਚਾਹੀਦਾ, ਉਹ ਕੰਮ ਨਹੀਂ ਹੋ ਰਿਹਾ? ਇਹ ਤੁਸੀਂ ਬਹੁਤ ਇੱਕ ਨਾਜ਼ੁਕ ਨੁਕਤੇ ਦੇ ਉੱਤੇ ਕਰ ਰਹੇ ਹੋ। ਮੈਂ ਸ਼ਾਇਦ ਇਸ ਸਵਾਲ ਦਾ ਸਟੀਕ ਜਵਾਬ ਦੇਣ ਵਾਸਤੇ ਕੋਈ ਯੋਗ ਪਾਤਰ ਨਹੀਂ ਹੈ, ਕਿਉਂਕਿ ਬੇਸਿਕਲੀ ਮੈਂ ਅਕਾਦਮਿਕ ਬੰਦਾ ਤਾਂ ਹੈ ਨਹੀਂ। ਮੈਂ ਤਾਂ ਆਪਣੇ ਸ਼ੌਕ ਵਾਸਤੇ ਇੱਕ ਲੇਖਕ ਨੂੰ ਕਈ ਵਾਰ ਇਸ ਦੇ ਤੌਰ ਤੇ ਮੈਂ ਮਹਿਸੂਸ ਕਰਦਾ ਹਾਂ ਕਿ ਸਭ ਤੋਂ ਜ਼ਿਆਦਾ ਇਸ ਵੇਲੇ ਜਿਹੜੀ ਘਾਟ ਮਹਿਸੂਸ ਹੋ ਰਹੀ ਹੈ ਉਹ ਆਲੋਚਨਾ ਦੇ ਖੇਤਰ 'ਚ ਹੈ। ਹੁਣ ਜ਼ਿਆਦਾ ਤੋਂ ਜ਼ਿਆਦਾ ਕਿਤਾਬਾਂ ਦੇ ਸਿਰਫ ਰਿਵਿਊ ਛਪਦੇ ਹਨ, ਔਰ ਰਿਵਿਊ ਵੀ ਜਿਹੜੇ ਆ ਗਏ ਆ ਉਹ ਵੀ ਪ੍ਰਸ਼ੰਸਾਤਮਕ ਹੈ। ਹਰ ਕਿਤਾਬ ਦਾ ਰਿਵਿਊ ਪੜ੍ਹਨ ਦਾ ਮਤਲਬ ਇਹ ਹੈ ਵੀ ਤੁਸੀਂ ਉਹਦੀ ਪ੍ਰਸ਼ੰਸਾ ਕਰੋ। ਕੋਈ ਵੀ ਰਿਵਿਊਕਾਰ ਕਿਸੇ ਜਗ੍ਹਾ ਦੇ ਉੱਤੇ ਉਂਗਲੀ ਨਹੀਂ ਰੱਖਦਾ ਬਈ ਇਸ ਦੇ ਵਿੱਚ ਕੋਈ ਇਹ ਕਮਜ਼ੋਰੀ ਹੈ ਕਿ ਇਹ ਕਮੀ ਹੈ ਕਿ ਇਹ ਬਿਹਤਰ ਹੋ ਸਕਦਾ ਸੀ, ਐਂ ਹੋ ਸਕਦਾ ਸੀ। ਪਰ ਜਿਹੜੀ ਇੱਕ ਅਜੀਬ ਕਿਸਮ ਦੀ ਖਾਮੋਸ਼ੀ ਹੈ, ਇਹ ਨਹੀਂ ਹੈ ਕਿ ਸਾਡੇ ਕੋਲ ਇੱਕ ਬਹੁਤ ਚੰਗੇ ਆਲੋਚਕ ਨਹੀਂ ਹੈ। ਪਤਾ ਨਹੀਂ ਕੀ ਗੱਲ ਹੈਗੀ ਹੈ ਕਿ ਆਲੋਚਨਾ ਦੇ ਖੇਤਰ ਦੇ ਵਿੱਚ ਕੋਈ ਬਹੁਤ ਹਲਚਲ ਨਹੀਂ ਹੋ ਰਹੀ। ਨਹੀਂ, ਪਰ ਜੇ ਚੰਗੇ ਆਲੋਚਕ ਹੋਣ ਤਾਂ ਲਾਜ਼ਮੀ ਤੌਰ ਤੇ ਹਲਚਲ ਹੁੰਦੀ ਹੈ। ਮੈਨੂੰ ਯਾਦ ਆਉਂਦਾ ਦੋਸਤੋਵਸਕੀ ਦੇ ਮੈਂ ਕਿਤੇ ਪੜ੍ਹਿਆ ਸੀ ਕਿ ਉਹਨਾਂ ਦਾ ਨਵਾਂ ਨਾਵਲ ਛਪਣਾ ਸੀ। ਉਹਨਾਂ ਨੇ ਸਵੇਰੇ ਆਪਣੇ ਸ਼੍ਰੀਮਤੀ ਦੇ ਭਰਾ ਨੂੰ ਕਿਹਾ ਸੀ ਕਿ ਅਖਬਾਰ ਲੈ ਕੇ ਆ, ਜਦ ਮੇਰੇ ਨਾਵਲ ਬਾਰੇ ਕਿਸੇ ਨੇ ਲੇਖ ਲਿਖਣਾ ਆ ਤੇ ਮੈਂ ਦੇਖਾਂ ਵੀ ਕਿਹੜਾ ਜੰਮਿਆ ਮੇਰੇ ਨਾਵਲ ਤੇ ਲਿਖਣ ਵਾਲਾ ਹੈ। ਮਤਲਬ ਹੈ ਕਿ ਇਸ ਤਰ੍ਹਾਂ ਸਾਡੇ ਕੋਲੇ ਤੁਹਾਡੇ ਵਰਗੇ ਸ਼ਖਸੀਅਤਾਂ ਲਿਖਣ ਵਾਲੀਆਂ ਤਾਂ ਹੈਗੀਆਂ, ਪਰ ਕੋਈ ਚੈਲੰਜ ਨਹੀਂ ਹੈ ਅੱਗੇ ਜਾ ਕੇ ਤੁਹਾਡੀ ਕੋਈ ਆਲੋਚਨਾ ਕਰਨ ਵਾਲਾ ਨਹੀਂ, ਤੁਹਾਡੇ ਬਾਰੇ ਕੋਈ ਜਾਣਕਾਰੀ ਦੇਣ ਵਾਲਾ ਨਹੀਂ, ਕੋਈ ਅਥਾਰਟੀ ਨਹੀਂ ਹੈ ਪੰਜਾਬੀ ਦੇ ਵਿੱਚ ਜਿਹੜਾ ਇਹ ਕਹਿ ਦੇਵੇ ਕਿ ਆਹ ਫਲਾਨ ਨਾਵਲ ਛਪਿਆ ਆ, ਇਹਦੇ ਵਿੱਚ ਆਹ ਕੁਝ ਹੈ ਤੇ ਆਹ ਕੁਝ ਨਹੀਂ ਹੈ। ਤੇ ਲੋਕ ਉਤਸੁਕਤਾ ਨਾਲ ਉਸ ਨਾਵਲ ਨੂੰ ਲੱਭਣ ਕਿ ਜੇ ਇਹਨੇ ਗੱਲ ਕਹੀ ਹੈ ਤਾਂ ਕਿਤਾਬ ਪੜ੍ਹਨੀ ਚਾਹੀਦੀ ਹੈ। ਇਸ ਤਰ੍ਹਾਂ ਦਾ ਕੋਈ ਅਥਾਰਟੀ ਨਹੀਂ ਹੈ ਪੰਜਾਬੀ ਦੇ ਵਿੱਚ ਇਸ ਵੇਲੇ, ਮੈਂ ਕਦੇ ਮਹਿਸੂਸ ਕਰਦਾ ਹਮੇਸ਼ਾ। ਬਸ ਉਹਦੀ ਜਿਹੜੀ ਘਾਟ ਤੁਸੀਂ ਮਹਿਸੂਸ ਕਰ ਰਹੇ ਹੋ ਨਾ, ਅਸੀਂ ਫਿਰ ਉਸੇ ਗੱਲ ਦੇ ਉੱਤੇ ਹੋ ਰਹੇ ਹਾਂ ਕਿ ਇਸ ਘਾਟ ਨੂੰ ਜਿਹੜੇ ਸਾਡੇ ਯੰਗ ਰੀਡਰਸ ਹੈਗੇ ਨਾ ਜੀ, ਉਹ ਪੂਰੀ ਕਰ ਰਹੇ ਹੈ ਫੇਸਬੁੱਕ ਰਾਹੀਂ। ਅੱਛਾ, ਉਹ ਕਿਤਾਬਾਂ ਪੜ੍ਹਦੇ ਹੈ। ਔਰ ਕੱਲ ਮੈਨੂੰ
ਇੱਕ ਡਾਕਟਰ ਸੁਖਪਾਲ ਕੌਰ ਹੈਗੇ ਆ ਸਮਰਾਲੇ, ਉਹਨਾਂ ਦਾ ਮੁਹੱਬਤਨਾਮਾ ਵਾਸਤੇ ਲਿਖਿਆ। ਹਾਂ, ਮੈਂ ਮੁਹੱਬਤਨਾਮਾ ਦਾ ਵੀ ਜ਼ਿਕਰ ਅੱਗੇ ਜਾ ਕੇ ਕਰਨਾ। ਮੁਹੱਬਤਨਾਮਾ ਵਾਸਤੇ ਲਿਖਿਆ ਵਾ ਉਹਨਾਂ ਦਾ ਆਇਆ। ਮੇਰੇ ਕੋਲ ਟਾਈਮ ਹੋਵੇ ਤਾਂ ਮੈਂ ਤੁਹਾਨੂੰ ਪੜ੍ਹ ਕੇ ਸੁਣਾਵਾਂ। ਹਾਂ, ਇੱਕ ਉੱਤਮ ਨਮੂਨਾ ਹੈ ਆਲੋਚਨਾ ਦਾ ਜਾਂ ਉਸ ਦਾ। ਹਾਂ, ਮਤਲਬ ਉਹਨਾਂ ਨੇ ਉਹ ਕਿਤਾਬ ਪੜ੍ਹੀ, ਕਿਤਾਬ ਪੜ੍ਹ ਕੇ ਆਤਮਸਾਤ ਕੀਤੀ ਹੋਣੀ ਹੈ। ਆਤਮਸਾਤ ਕਰਕੇ ਉਹਨਾਂ ਨੇ ਕਿੰਨੇ ਅਹਿਸਾਸ ਦੇ ਨਾਲ ਉਹ ਸ਼ਬਦ ਲਿਖੇ। ਮੈਂ ਉਹਨਾਂ ਨੂੰ ਟੈਲੀਫੋਨ ਕੀਤਾ, ਧੰਨਵਾਦ। ਉਹ ਕਹਿੰਦੇ ਤੁਸੀਂ, ਮੈਂ ਤਾਂ ਇਨਫੈਕਟ ਕਹਿੰਦੀ ਇਹ ਆਪਦਾ ਧੰਨਵਾਦ ਵਿਅਕਤ ਕਰਨ ਵਾਸਤੇ ਤੁਹਾਨੂੰ ਇੱਕ ਚਿੱਠੀ ਹੈ, ਚਿੱਠੀ ਦੇ ਰੂਪ ਚ ਹੈ। ਮੁਹੱਬਤਨਾਮਾ ਦਾ ਜੇ ਜ਼ਿਕਰ ਆਪਾਂ ਕਰਨਾ ਹੋਵੇ, ਜੇ ਅਸੀਂ ਤੁਹਾਡੇ ਮੂੰਹ ਤੋਂ ਸੁਣਨਾ ਹੋਵੇ ਤਾਂ ਤੁਸੀਂ ਉਹਦੇ ਬਾਰੇ ਕੀ ਕਹੋਗੇ? ਕਿਉਂਕਿ ਮੁਹੱਬਤਨਾਮਾ ਕਿਤਾਬ ਦੀ ਬਹੁਤ ਚਰਚਾ ਮੈਂ ਸੁਣੀ। ਹਾਂ, ਨਹੀਂ ਬਹੁਤ ਮੁਹੱਬਤਨਾਮਾ ਨਾਲ ਮੁਹੱਬਤ ਹੀ ਕੀਤੀ ਹੈ ਪਾਠਕਾਂ ਨੇ। ਮੈਂ ਖੁਦ ਵੀ ਪੜ੍ਹੀ ਹੈ, ਮੈਨੂੰ ਵੀ ਉਸ ਕਿਤਾਬ ਦੇ ਨਾਲ ਮੁਹੱਬਤ ਹੈ। ਹੁਣ ਉਰਦੂ ਹਿੰਦੀ ਚ ਤਾਂ ਹੋ ਹੀ ਗਿਆ ਸੀ ਉਹਦਾ ਇਹ ਇਸ਼ਕ ਨਹੀਂ ਆਸਾਂ, ਤੇ ਹੁਣ ਉਸਦਾ ਉਰਦੂ ਦੇ ਵਿੱਚ ਰੀਣੂ ਬਹਿਲ ਜੀ ਨੇ, ਡਾਕਟਰ ਰੀਣੂ ਬਹਿਲ ਸਾਡੇ ਸ਼੍ਰੋਮਣੀ ਸਾਹਿਤਕਾਰ ਉਰਦੂ ਦੇ, ਉਹਨਾਂ ਨੇ ਅਨੁਵਾਦ ਕੀਤਾ ਹੈ। ਤੇ ਅਨੁਵਾਦ ਮੈਂ ਜੀ ਲਿਆ ਸਕਦੇ ਹੋ, ਕੋਈ ਗੱਲ ਨਹੀਂ, ਲਿਆ ਸਕਦੇ। ਹਾਂਜੀ ਹਾਂਜੀ ਜੀ, ਬਿਲਕੁਲ। ਇਹ ਹੈ ਜੀ ਜਹਾਨੇ ਆਰਜ਼ੂ। ਇਹ ਉਹਨਾਂ ਦਾ ਉਰਦੂ ਦੇ ਵਿੱਚ ਟ੍ਰਾਂਸਲੇਸ਼ਨ ਹੈ ਮੁਹੱਬਤਨਾਮਾ ਦਾ। ਤੇ ਉਹਨਾਂ ਨੇ ਅੱਜ ਹੀ ਮੈਨੂੰ ਪਤਾ ਲੱਗਿਆ ਕਿ ਇਹ ਉਰਦੂ ਅਦਬ ਦੇ ਵਿੱਚ ਵੀ ਇਸ ਦੀ ਬੜੀ ਚਰਚਾ ਹੈ ਇਸ ਕਿਤਾਬ ਦੀ, ਔਰ ਅਦੀਬਾਂ ਨੇ ਇਹਨੂੰ ਬੜਾ ਪਸੰਦ ਕੀਤਾ। ਤੇ ਜਿਹੜੀ ਫੀਡਬੈਕ ਮੈਡਮ ਰੀਣੂ ਜੀ ਕੋਲੇ ਆ ਰਹੀ ਹੈ ਉਹ ਬਹੁਤ ਹੀ ਜਿਹੜੀ ਹੈਗੀ ਹੈ ਇਨਕਰੇਜਿੰਗ। ਤਾਂ ਇਹ ਕਿਤਾਬ ਦਾ ਬਹੁਤ ਸਵਾਗਤ ਹੋਇਆ ਹੈ। ਦਰਅਸਲ ਮੁਹੱਬਤ ਬੜਾ ਇੱਕ, ਮੈਂ ਕਹਿੰਦਾ ਕਿ ਸਾਡੇ ਜ਼ਿੰਦਗੀ ਦਾ ਇੱਕ ਸਭ ਤੋਂ ਕੋਮਲ ਅਹਿਸਾਸ ਹੈ। ਤੇ ਮੁਹੱਬਤ ਤਾਂ ਕਾਇਨਾਤ ਦੀ ਹਰ ਸ਼ੈ ਦੇ ਵਿੱਚ ਹੈ, ਔਰ ਮੁਹੱਬਤ ਦਾ ਸੰਦੇਸ਼ ਹਰ ਗ੍ਰੰਥ ਦੇ ਵਿੱਚ। ਤਾਂ ਜਿਹੜੇ ਮੁਹੱਬਤ ਤੋਂ ਸਖਣੇ ਲੋਕ ਹੁੰਦੇ ਹੈ, ਸ਼ਾਇਦ ਉਹੀ ਸਮਾਜ ਦੇ ਵਿੱਚ ਜਾਂ ਆਪਦੇ ਘਰਾਂ ਦੇ ਵਿੱਚ ਨਫ਼ਰਤ ਸਰਾਪੇ ਹੋਏ ਹੋ। ਵਰਨਾ ਤਾਂ ਮੁਹੱਬਤ ਕਰਨ ਵਾਲੇ ਤਾਂ ਛਿੜੇ ਹੋਏ ਫੁੱਲ ਨੂੰ ਕੁਮਲਾਉਂਦਾ ਦੇਖ ਕੇ ਪੱਤੀ। ਮੈਂ ਆਲੋਚਨਾ ਦੀ ਗੱਲ ਕਰ ਰਿਹਾ ਸੀ। ਮੈਂ ਕਈ ਵਾਰ ਤੁਹਾਡੇ ਨਾਲ ਜ਼ਿਕਰ ਵੀ ਕੀਤਾ, ਕਈ ਵਾਰ ਦੋਸਤਾਂ ਨਾਲ ਜ਼ਿਕਰ ਵੀ ਕੀਤਾ ਕਿ ਤੁਹਾਡੇ ਵਰਗੀ ਸ਼ਖਸੀਅਤ ਕਿਸੇ ਭਾਸ਼ਾ ਦੇ ਕੋਲ ਹੋਵੇ ਤਾਂ ਉਹ ਮਾਣ ਨਾਲ ਇੰਨੇ ਫੁੱਲ ਜਾਣ, ਖੁਦ ਨੂੰ ਡਰ ਲੱਗਣ ਲੱਗ ਜਾਏ। ਪਰ ਪੰਜਾਬੀ ਦੇ ਵਿੱਚ ਜਿਸ ਤਰ੍ਹਾਂ ਤੁਹਾਡਾ ਜ਼ਿਕਰ ਹੋਣਾ ਚਾਹੀਦਾ ਹੈ, ਮੈਂ ਖੁਦ ਮਹਿਸੂਸ ਕੀਤਾ ਆ। ਪਾਠਕਾਂ ਨੇ ਬਹੁਤ ਜ਼ਿਕਰ ਕੀਤਾ, ਬਹੁਤ ਜ਼ਿਕਰ ਹੋਇਆ ਪਾਠਕਾਂ ਵੱਲੋਂ। ਪਰ ਜਿਹੜੇ ਇਸ ਤਰ੍ਹਾਂ ਦੇ ਪਲੇਟਫਾਰਮ ਨੇ, ਯੂਨੀਵਰਸਿਟੀਆਂ ਨੇ, ਚੇਅਰਾਂ ਨੇ, ਹੋਰ ਜੋ ਕੁਝ ਹੈ, ਉਹਨਾਂ ਵੱਲੋਂ ਹੁੰਗਾਰਾ ਜਿਹੜਾ ਨਹੀਂ ਮਿਲਿਆ ਇਸ ਤਰ੍ਹਾਂ ਦਾ। ਨਹੀਂ, ਸਭ ਤੋਂ ਦਰਅਸਲ ਦੇਖੋ ਰਾਈਟ, ਜਿਹੜਾ ਤੁਸੀਂ ਲਿਖਦੇ ਹੋ ਤੁਸੀਂ ਕੋਈ ਸੰਪ੍ਰੇਸ਼ਣ ਵਾਸਤੇ, ਕਮਿਊਨੀਕੇਟ ਕਰਨ ਵਾਸਤੇ ਲਿਖੋ, ਔਰ ਤੁਸੀਂ ਕਮਿਊਨੀਕੇਟ ਕਰ ਰਹੇ ਹੋ। ਮੈਂ ਤਾਂ ਉਹਨਾਂ ਵਡਭਾਗੇ ਲਿਖਣ ਵਾਲੇ ਚੋਂ ਹੈ ਜਿਨ੍ਹਾਂ ਨੂੰ ਪਾਠਕਾਂ ਨੇ ਰੱਜ ਕੇ ਪੜ੍ਹਿਆ। ਤਾਂ ਇਸ ਤੋਂ ਜ਼ਿਆਦਾ ਇਨਾਮ ਮੈਂ ਸਮਝਦਾ ਕਿ ਉਹ ਤਾਂ ਮੈਨੂੰ ਹਰ ਰੋਜ਼ ਮੇਰੀ ਝੋਲੀ ਚ ਨੋਬਲ ਪ੍ਰਾਈਜ਼ ਪਾ ਰਹੇ ਹੈ। ਦੇਖੋ ਨਾ ਵੀ ਜਦੋਂ ਕੋਈ ਅੱਛੀ, ਤੁਸੀਂ ਮੈਡਮ ਨੇ ਹੁਣ ਟ੍ਰਾਂਸਲੇਟ ਕੀਤਾ ਉਰਦੂ ਦੇ ਵਿੱਚ, ਆਫਟਰ ਕਿੰਨੀ ਇਹਨਾਂ ਨੇ ਲੇਬਰ ਕੀਤੀ ਹੋਣੀ। ਇਹ ਇਸ ਤੋਂ ਵੱਡਾ ਇਨਾਮ ਕੀ ਹੋ ਸਕਦਾ ਵੀ ਉਹਨਾਂ ਨੇ ਇਸ ਨੂੰ ਅਨੁਵਾਦ ਕੀਤਾ। ਕੋਈ ਦੂਰ ਬੈਠਾ ਅਮਰੀਕਾ, ਕੈਨੇਡਾ ਦੇ ਵਿੱਚੋਂ ਬੈਠਾ ਕੋਈ ਪਾਠਕ ਮੈਨੂੰ ਟੈਲੀਫੋਨ ਕਰ ਰਿਹਾ, ਕਿੰਨੇ ਅਹਿਸਾਸ ਨਾਲ ਭਰਿਆ ਹੁੰਦਾ ਹੋਣਾ ਬੰਦਾ। ਟੈਲੀਫੋਨ ਕਰਨਾ ਆਸਾਨ ਥੋੜ੍ਹਾ ਹੈਗਾ, ਟੈਲੀਫੋਨ ਕਰਨਾ, ਫਿਰ ਐਪਰੀਸੀਏਸ਼ਨ ਦੇ ਸ਼ਬਦ ਬੋਲਣੇ। ਮੈਂ ਤਾਂ ਕਹਿੰਦਾ ਜੀ, ਮੈਂ ਤਾਂ ਹਰ ਰੋਜ਼ ਜਦੋਂ ਵੀ ਮੈਂ ਉੱਠਦਾ ਤਾਂ ਮੈਂ ਪਿਛਲੇ ਦਿਨ ਨਾਲੋਂ ਜ਼ਿਆਦਾ ਅਮੀਰ ਹੋਇਆ ਉੱਠਦਾ, ਉਤਸ਼ਾਹਿਤ ਹੋਇਆ ਹਰ ਤਰੀਕੇ ਜ਼ਹਿਨੀ ਤੌਰ ਦੇ ਉੱਤੇ, ਰੂਹਾਨੀ ਤੌਰ ਤੇ। ਤੇ ਬਾਕੀ ਇਹ ਜਿਹੜੀਆਂ
ਜਿਹੜੀਆਂ ਸਰਕਾਰੀ ਦਰਬਾਰੇ ਫਲਾਣਾ ਇਹ ਜੋ ਹੈ ਇਸ ਦੀ ਕੋਈ ਇਹਦੇ ਸਾਹਮਣੇ ਕੋਈ ਅਹਿਮੀਅਤ ਨਹੀਂ। ਜਿਵੇਂ ਮੈਂ ਤੁਹਾਡੇ ਕੰਮ ਬਾਰੇ ਸੋਚਦਾ ਤਾਂ ਮੈਨੂੰ ਲੱਗਦਾ ਕਿ ਤੁਸੀਂ ਬਹੁਤ ਕੰਮ ਕਰਦੇ ਹੋ। ਬਹੁਤ ਬਹੁਤ ਧੰਨਵਾਦ। ਇਹ ਘੰਟੇ ਨਾਲ ਪਰ ਜੇ ਮੈਂ ਤੁਹਾਡੇ ਤੋਂ ਪੁੱਛਾਂ, ਹਾਂਜੀ, ਤੁਹਾਨੂੰ ਕਦੇ ਇਹ ਲੱਗਦਾ ਕਿ ਤੁਸੀਂ ਬਹੁਤ ਕੰਮ ਕਰ ਲਏ ਹੁਣ ਬਸ? ਹਾਲੇ ਮੈਂ ਬਹੁਤ ਕੰਮ ਕਰਨਾ ਹੈ, ਤੇ ਜੇ ਬਹੁਤ ਕੰਮ ਕਰਨਾ ਤਾਂ ਕਿਹੜਾ ਕਰਨਾ ਹੈ? ਮੈਂ ਜੀ ਤੁਹਾਨੂੰ ਸੱਚ ਦੱਸਾਂ, ਮੈਨੂੰ ਇਹ ਬਿਲਕੁਲ ਮੈਂ ਮੇਰੀ ਹੰਬਲ ਸਬਮਿਸ਼ਨ ਹੈ ਕਿ ਕਦੇ ਕਦੇ ਮੈਨੂੰ ਦਿਨ ਛੋਟਾ ਲੱਗਦਾ ਹੈ। ਅੱਛਾ, ਹਾਂ, 24 ਘੰਟੇ ਦੀ ਬਜਾਏ ਕੁਝ ਹੋਰ ਹੋਣਾ ਚਾਹੀਦਾ ਸੀ। ਹਾਂ, ਮਤਲਬ ਕੁਝ ਘੰਟੇ ਜ਼ਿਆਦਾ ਸੋਣਾ ਗੁਨਾਹ ਲੱਗਦਾ ਹੈ। ਅੱਛਾ, ਵੀ ਇਸ ਪੀਰੀਅਡ ਦੇ ਵਿੱਚ, ਕਿਉਂਕਿ ਦੇਖੋ ਗੱਲ ਇਸ ਤਰ੍ਹਾਂ ਹੈ, ਮੇਰੇ बड़े भाई साहब क्या करते थे कि आर्ट इज लॉन्ग एंड लाइफ इज टाइम इज फ्लीटिंग। कला का खेतर तो बहुत बड़ा है, समा जिहड़ा हैगा वो रेते की जिदा मुट्ठी हाथ च फड़ी हुई है चिरदी जाती है। तो समा हुण जो जो उम्र के पड़ाव से अगे वध रहे हैं त्यों त्यों ऐ लगता है भी समा मेरे कोल घट है। ते जो समा घट है तो उन्हें लालच बंदे च वध जाता है। वो लालच ये है भी हुण ज़्यादा तो ज़्यादा पढ़िया जाए इस करके। और जो भी मैं किसी बुक स्टॉल पे या किसी बुक शॉप पे या किसी लाइब्रेरी जाना तो मैनू दुखद एहसास होता है कि यार तू तो पढ़े कुछ नहीं। अच्छा, इन्नियां किताबां इन्ने ढेर इन्ने ग्रंथ पए कि कितना कुछ है ये पढ़ने। तो सवेरे किन्ने बजे अपना रूटीन लिखण का काम तुहाडा जिहड़ा हैगा इह की है? जे रोजमर्रा की गल करिए, मैं 11 बजे बैठदा जी। 11 बजे, हाँ, 11 बजे बैठदा। हाँ, ये 11 बजे तो बैठके फिर 4-5 बजे तक। अच्छा, 6-7 घंटे लगातार तुसीं लिखदे? हाँ, रात नूं आता, रात नूं पढ़दे? अच्छा, पढ़न दी रात नूं शुरू तो ही मेरी स्टूडेंट लाइफ च हुई। हाँ, मैं सवेरे उठ के नहीं कदे पढ़िया। अच्छा, ना सौण तो पहला पढ़ते? सौण तो 12 भी बज सकते, 1 भी बज सकते। हाँ, ठीक है। हाँ, रात में मैं किसी टाइम भी किसी वक्त टाइम तक भी पढ़ सकता। पढ़ता मैं किसी टाइम नहीं सकता। ठीक है। एवरी टाइम इज फिट टू रीड। हाँ, ਉਹਦੇ ਵਾਸਤੇ ਕੋਈ ਮੂਡ ਬਣਾਉਣ ਦੀ ਜ਼ਰੂਰਤ, ਹੋਰ ਕੋਈ ਕੰਮ ਕਰਨ ਵਾਸਤੇ ਮੂਡ ਬਣਾਉਣਾ ਪੈਂਦਾ ਹੈ, ਪੜਨ ਵਾਸਤੇ ਕੋਈ ਮੂਡ ਬਣਾਉਣ ਦੀ। ਆਪਾਂ ਆਪਣੀ ਗੱਲਬਾਤ ਦੇ ਸਿਖਰ ਵੱਲ ਵਧ ਰਹੇ ਹਾਂ ਤੇ ਇੱਕ ਸਵਾਲ ਜਿਹੜਾ ਜ਼ਰੂਰੀ ਹੈ, ਕਿਉਂਕਿ ਜਿਹੜੀ ਇੰਨੀ ਘਾਲਣਾ ਹੈ ਜਿੰਨੀ ਤੁਸੀਂ ਕੀਤੀ ਹੈ, ਇਸ ਘਾਲਣਾ ਦੇ ਵਿੱਚ ਸਹਿਯੋਗ ਕਿਸੇ ਦਾ ਹੋਵੇ ਤਾਂ ਮੇਰਾ ਖਿਆਲ ਹੈ ਵੀ ਉਹ ਹੋਰ ਵਾਧਾ ਹੋ ਜਾਂਦਾ ਉਹਦੇ ਵਿੱਚ। ਸਭ ਤੁਹਾਨੂੰ ਵੀ ਸਹਿਯੋਗ ਲਾਜ਼ਮੀ ਹੋਇਆ? ਸਭ ਤੋਂ ਜ਼ਿਆਦਾ ਸਹਿਯੋਗ ਦੇਖੋ ਮੇਰੀ ਪਤਨੀ ਦਾ ਬਹੁਤ ਜ਼ਿਆਦਾ। वो खुद भी साहित्य की विद्यार्थी है, PhD ने डॉक्टर PhD ने डॉक्टर नीलम गोयल, डॉक्टर जी रमेश कुंतल मेघ को 1981 डॉक्टरेट पंजाब यूनिवर्सिटी में पढ़ाते रहे। हाँ जी, हाँ जी जी, प्रिंसीपल रहे। उन्हें शौक है जी बहुत। ते देखो सारे कर दिए जिम्मेवारियां उन्होंने आप दे सिर ते। मेरी जिहड़ी है सच मनियो, मेरी जिहड़ी घर दे विच मैं अपने आप नूं एक मेहमान के तौर पर महसूस करदा, जिहड़ियां सुख सुविधावां दा सारियां इंजॉय करदा, जिम्मेवारी कोई नहीं निभाउंदा, कोई जिम्मेवारी नहीं। हाँ, अच्छा, ते ओ इदां देखो भार मुक्त कर देना। और फिर कदे मैनूं उन्होंने पढ़दे नूं लिखदे नूं पर तुसीं प्यार उन्होंने इन्ना करते हो। मैंने एक बार सुरिंदर शर्मा जी दस रहे सी, कहते कि इन्ना ध्यान रखते हैं। सुरिंदर शर्मा तुहाडे मेरे बड़े प्यारे दोस्त है, उन्हों का बड़ा योगदान है जी। सुरिंदर शर्मा जी का जिहड़ा ना मेरी यात्रा दे विच बहुत योगदान है। बचपन तो असीं लंगोटिए जिन्हों कहंदे लंगोटिए यार, तो इन्ना उत्साहित करते हैं और इन्नियां अच्छियां चीज़ां उन्होंने तो पता लगदी हैं साहित्य वास्ते, साहित्य के मर्म वास्ते, साहित्य का जिहड़ा निचोड़ है, साहित्य का जिहड़ा मर्म है, और उन्होंने याददाश्त का कमाल है। उन्होंने मेरे तो बड़ा प्रभाव है। और वो दस रहे सी एक बार
ਕਿ ਜੇ ਤੁਹਾਨੂੰ ਰਾਤ ਨੂੰ ਕੋਈ ਸ਼ਬਦ ਔੜਦਾ ਆ ਹਾਂ ਤਾਂ ਤੁਸੀਂ ਚੁੱਕੇ ਗਏ ਹੌਲੀ ਜੀ ਕਿ ਮੇਰੇ ਨੀਲਮ ਨਾਲ ਪਏ ਆ ਕਿਤੇ ਉਹਨਾਂ ਦੀ ਜਾਗ ਨਾ ਖੁੱਲ ਜਾਵੇ, ਔਰ ਤੁਸੀਂ ਚੁੱਪ ਕਰਕੇ ਮੋਬਾਈਲ ਤੇ ਜਿਹੜਾ ਹੈਗਾ ਉਹ ਨੋਟ ਕਰ ਲੈਂਦੇ ਆ। ਮੈਂ ਨੇਰੇ ਚ ਵੀ ਨੇਰੇ ਚ ਵੀ ਲਿਖ ਲੈਣਾ, ਨੋਟ ਕਰ ਲੈਣਾ। ਉਹ ਇਸ ਤਰ੍ਹਾਂ ਜੀ, ਉਹ ਸ਼ਬਦ ਜਿਹੜਾ ਮੈਂ ਨਹੀਂ ਕਿਹਾ ਸੀ ਸ਼ੁਰੂ ਚ ਆਪਾਂ ਗੱਲ ਕੀਤੀ ਸੀ, ਸ਼ਬਦ ਜਿਹੜਾ ਹੈਗਾ ਉਹ ਪਾਰੇ ਵਾਂਗੂ ਹੁੰਦੇ ਆ ਜੀ, ਤਿਲਕ ਗਿਆ ਤਿਲਕ ਗਿਆ ਜੀ, ਹੱਥ ਚ ਨਹੀਂ ਹੁੰਦੇ। ਤੇ ਉਹ ਤੁਹਾਨੂੰ ਉੱਡਦੀਆਂ ਤਿਤਲੀਆਂ ਹੈ ਨਾ ਜੀ, ਸ਼ਬਦ ਤਾਂ ਉੱਡਦੀਆਂ ਤਿਤਲੀਆਂ ਵਾਂਗੂ ਹੈਗੇ। ਤੇ ਜੇ ਤੁਹਾਡੀ ਤੇ ਕਿਰਪਾ ਹੋ ਗਈ ਤਾਂ ਉਸ ਨੂੰ ਫਿਰ ਕਲਮਬੰਦ ਕਰ ਦਿਓ ਤੇ ਨਹੀਂ ਤਾਂ ਰਹਿ ਜਾਂਦਾ। ਇੱਕ ਮੈਂ ਆਖਰੀ ਜਿਹੜਾ ਮੇਰਾ ਸਵਾਲ ਹੈ ਇਹ ਹੈ ਕਿ ਤੁਸੀਂ ਹੋਰ ਅੱਜ ਕੱਲ੍ਹ ਕੀ ਕਰ ਰਹੇ ਹੋ ਤੇ ਅੱਗੇ ਜਾ ਕੇ ਕੀ ਕਰਨਾ ਚਾਹੁੰਦੇ ਹੋ ਸਾਹਿਤ ਦੇ ਵਿੱਚ? ਦੇਖੋ, ਇੱਕ ਇਨ ਬਿਟਵੀਨ ਮੈਂ ਸਾਹਿਤ ਦੀ ਮਹਿਮਾ ਦੇ ਉੱਤੇ, ਪੜ੍ਹਨ ਦੀ ਮਹਿਮਾ ਦੇ ਉੱਤੇ ਇੱਕ ਕਿਤਾਬ ਲਿਖੀ ਹੈ, ਸਾਹਿਤ ਸੰਜੀਵਨੀ। ਅੱਛਾ। ਔਰ ਇਹੀ ਮੈਂ ਸੰਦੇਸ਼ ਦੇਣਾ ਚਾਹੁੰਦਾ ਕਿ ਇੱਕ ਤਾਂ ਹਰ ਘਰ ਦੇ ਉਹ ਕਿਤਾਬ ਛਪ ਰਹੀ ਹੈ, ਕਿਤਾਬ ਛਪ ਰਹੀ ਹੈ। ਮਤਲਬ ਲਿਟਰੇਚਰ ਦੀ ਜਿਹੜੀ ਪਾਵਰ ਹੈ ਨਾ ਜੀ, ਉਹ ਹੀਲਿੰਗ ਪਾਵਰ। ਹੁਣ ਇਹ ਪ੍ਰੂਵ ਹੋ ਚੁੱਕਿਆ ਕਿ ਸਾਡੇ ਦਿਮਾਗ ਦੇ ਜਿਹੜੇ ਨਿਊਰੋਨਸ ਹੈ ਨਾ, ਨਿਊਰੋਪਲਾਸਟੀ ਹੈ, ਇਹ ਪਲਾਸਟਿਕ ਵਾਂਗੂ ਲਚਕਦਾ। ਪਹਿਲਾਂ ਕਹਿੰਦੇ ਸੀ, ਪਹਿਲਾਂ ਇਹ ਥਿਊਰੀ ਇਹ ਸੀ ਵੀ ਜੋ ਦਿਮਾਗ 5-6 ਸਾਲ ਦੀ ਉਮਰ 'ਚ ਬਣ ਗਿਆ ਉਸ ਤੋਂ ਬਾਅਦ ਕੋਈ ਚੇਂਜ ਨਹੀਂ ਹੋ ਸਕਦਾ। ਹੁਣ ਨਿਊਰੋਲੋਜਿਸਟ ਨੇ ਇਹ ਨਵੇਂ ਆਵਿਸ਼ਕਾਰ ਕੀਤੇ। ਉਹ ਕਹਿੰਦੇ ਆ ਕਿ ਹਰ ਕਸ਼ਣ ਜਿਹੜਾ ਹੈਗਾ, ਹਰ ਪਲ ਜਿਹੜਾ ਹੈਗਾ, ਉਹ ਦਿਮਾਗ ਜਿਹੜਾ ਹੈਗਾ ਉਹ ਇੰਨਾ ਲਚਕੀਲਾ ਹੈ ਕਿ ਤੁਸੀਂ ਇਹਨੂੰ ਨਵੀਂ ਸੁਜੈਸ਼ਨ ਦਿਓ, ਉਸੇ ਤਰੀਕੇ ਨਾਲ ਹੋ ਜਾਵੇ। ਜਿਵੇਂ ਐਗਜ਼ਾਮਪਲ ਦਿੰਦੇ ਆ ਕਿ ਤੁਸੀਂ ਜਾ ਰਹੇ ਹੋ, ਅਚਾਨਕ ਤੁਸੀਂ ਦੇਖਦੇ ਹੋ ਦਰਖਤ ਡਿੱਗਿਆ ਤੇ ਸੜਕ ਦਾ ਰਸਤਾ ਰੁਕ ਗਿਆ ਤੇ ਤੁਸੀਂ ਨਹੀਂ ਜਾ ਸਕਦੇ। ਜਿੱਦਾਂ ਅੱਜ ਤੁਸੀਂ ਦੱਸ ਰਹੇ ਸੀ ਨਹੀਂ ਤੁਸੀਂ ਲੇਟ ਹੋ ਗਏ ਕਿਉਂਕਿ ਕਾਰ ਜਿਹੜੀ ਹੈ ਉਹ ਖਰਾਬ ਹੋ ਗਈ, ਤਾਂ ਨਾਲ ਦੀ ਨਾਲ ਤੁਹਾਡੇ ਦਿਮਾਗ ਨੇ ਆਲਟਰਨੇਟਿਵ ਸੋਚ ਲਿਆ। ਤਾਂ ਉਸੇ ਤਰੀਕੇ ਨਾਲ ਜੇ ਕਾਰ ਦਾ ਰਸਤਾ ਦਰਖਤ ਡਿੱਗਣ ਨਾਲ ਰੁਕ ਗਿਆ ਤਾਂ ਹੋਰ ਰਸਤਾ ਹੈਗਾ। ਤਾਂ ਉਸੇ ਤਰੀਕੇ ਦੇ ਨਾਲ ਹੀ ਨਿਊਰੋਪਲਾਸਟੀ ਜਿਹੜੀ ਹੈਗੀ ਹੈ, ਜੇ ਇੱਕ ਜਗ੍ਹਾ ਤੇ ਖੜੋਤ ਆ ਗਈ ਤਾਂ ਇੱਕਦਮ ਜੇ ਕੋਈ ਨਵਾਂ ਵਿਚਾਰ ਹੈ ਉਹ ਤੁਹਾਡੀ ਖੜੋਤ ਨੂੰ ਭੰਗ ਕਰਦਾ ਤੇ ਤੁਸੀਂ ਹੋਰ ਪਾਸੇ ਪੋਜ਼ਿਟਿਵ ਵਾਲੇ ਪਾਸੇ। ਦੁਨੀਆ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਔਰ ਸੁਸਾਈਡਲ ਅਟੈਂਪਟਸ ਜਿਹੜੇ ਹੈਗੇ ਉਹ ਇਸ ਕਰਕੇ ਹੈ ਕਿ ਸੋਚ ਜਿਹੜੀ ਹੈਗੀ ਹੈ ਉਹਦੇ ਵਿੱਚ ਖੜੋਤ ਆ ਜਾਂਦੀ ਹੈ ਵੀ ਬਸ ਮੈਂ ਦਿਸ ਇਜ਼ ਦ ਐਂਡ ਆਫ ਮਾਈ ਲਾਈਫ, ਮੈਂ ਹੁਣ ਕੀ ਕਰੂੰਗਾ, ਮੈਂ ਹੁਣ ਕੁਝ ਨਹੀਂ ਕਰ ਸਕਦਾ। ਜੇ ਉਹ ਨਵੀਂ ਸੁਜੈਸ਼ਨ ਹੋਏਗੀ, ਮੈਂ ਇਹਦੇ ਵਿੱਚ ਤੁਹਾਨੂੰ ਇੱਕ ਐਗਜ਼ਾਮਪਲ ਮੁਨਸ਼ੀ ਪ੍ਰੇਮਚੰਦ ਜੀ ਸਿਰਫ ਇੱਕੋ ਵਾਰੀ ਦਿੱਲੀ ਆਏ। ਅੱਛਾ। ਆਲ ਇੰਡੀਆ ਰਾਈਟਰਸ ਕਾਨਫਰੰਸ ਸੀ, ਪ੍ਰੋਗਰੈਸਿਵ ਰਾਈਟਰਸ ਕਾਨਫਰੰਸ, ਉਸ ਦੇ ਵਿੱਚ ਉਹ ਅਟੈਂਡ ਕਰਨ ਵਾਸਤੇ ਦਿੱਲੀ ਆਏ। ਤਾਂ ਦਿੱਲੀ ਉਹ ਲੈਕਚਰ ਦੇ ਕੇ ਹਟੇ ਤਾਂ ਇੱਕ ਸਰਦਾਰ ਜੀ ਉਹਨਾਂ ਕੋਲੇ ਪਹੁੰਚੇ। ਉਹਨਾਂ ਕੋਲੇ ਆ ਕੇ ਹੱਥ ਜੋੜ ਕੇ ਉਹਨਾਂ ਨੇ ਕਿਹਾ, ਬਈ ਮੁਨਸ਼ੀ ਜੀ ਮੈਂ ਨਾ ਮੇਰਾ ਜੀਵਨ ਸਫਲ ਹੋ ਜਾਊਗਾ ਜੇ ਤੁਸੀਂ ਅੱਜ ਦੀ ਰਾਤ ਮੇਰੇ ਕੋਲ प्रेमचंद जी ने कहा कि देखो क्या रहता है, मेरी रिटर्न टिकट है, बनारस में जाना मैं वापस। कि कुछ उत्थे में जरूरी काम भी हमें तो फिर किसी वेले मैं थोड़े को आऊँ। नैक्सट विजिट से जब आया दिल्ली तो थोड़े वो निराश हो सरदार जी ऑर्गेनाइजर्स ਜਿਹੜੇ ਸੀਗੇ ਜਿਹੜੇ ਆਰਗੇਨਾਈਜ਼ ਕਰ ਰਹੇ ਸੀ ਫੰਕਸ਼ਨ, ਉਹ ਪ੍ਰਬੰਧਕ ਨੂੰ ਮਿਲੇ। ਉਹਨੂੰ ਕਹਿੰਦੇ ਯਾਰ ਤੂੰ ਮੇਰੀ ਸਹਾਇਤਾ ਕਰ। ਅੱਛਾ। ਪ੍ਰੇਮਚੰਦ ਜੀ ਨੂੰ ਬਣਾਓ ਵੀ ਕਿਸੇ ਤਰੀਕੇ ਨਾਲ ਮੇਰੇ ਕੋਲ ਰਾਤ ਹੈ, ਮੈਂ ਤੰਬੂਆਂ ਦਾ ਸਾਰਾ ਖਰਚਾ ਮੈਂ ਦੇ। ਅੱਛਾ। ਉਹ ਕਹਿੰਦਾ ਸਰਦਾਰ ਜੀ ਤੁਸੀਂ ਇਹ ਦੱਸੋ ਸਾਨੂੰ ਵੀ ਤੁਸੀਂ ਇਹਨੇ ਮਗਰ ਕਿਉਂ ਪਏ? ਕਾਹਦੇ ਅਸਰ ਸੀ ਲੈ ਕੇ ਜਾਣਾ ਚਾਹੁੰਦੇ? ਪ੍ਰੇਮਚੰਦ ਜੀ ਨਾਲ ਤੇ ਕਹੇ ਉਹ ਕਹਿੰਦੇ ਜੀ ਹੁਣ ਜੇ ਤੁਸੀਂ ਪੁੱਛਿਆ ਤਾਂ ਸੁਣ ਲਓ।
ਮੈਂ ਕਹਿੰਦਾ ਜ਼ਿੰਦਗੀ ਤੋਂ ਇੰਨਾ ਬੇਜ਼ਾਰ ਹੋ ਚੁੱਕਿਆ ਸੀ, ਹਾਂ ਅੱਛਾ, ਇੰਨਾ ਲਾਚਾਰ ਸੀ ਬਈ ਮੈਂ ਆਤਮ ਹੱਤਿਆ ਦਾ ਵਿਚਾਰ ਕਰ ਲਿਆ ਵੀ ਮੈਂ ਇਹ ਦੇਸ਼ ਖਤਮ ਕਰ। ਤੇ ਮੈਂ ਦਿੱਲੀ ਰੇਲਵੇ ਸਟੇਸ਼ਨ ਤੇ, ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੇ ਜਾ ਕੇ ਬਹਿ ਗਿਆ ਗੱਡੀ ਦੀ ਸ਼ਰਾਬ। ਅੱਛਾ, ਵੀ ਜਿਹੜੀ ਗੱਡੀ ਆਈ ਹਾਂ ਆਪਾਂ ਰੇਲਵੇ ਲਾਈਨ ਤੇ ਸਿਰ ਧਰ ਕੇ ਆਪਣੇ ਆਪ ਨੂੰ ਖਤਮ ਕਰ। ਉਹ ਗੱਡੀ ਕਹਿੰਦਾ ਲੇਟ ਹੋ ਗਈ। ਗੱਡੀ ਲੇਟ ਹੋ ਗਈ ਤਾਂ ਕਹਿੰਦਾ ਕਿਤਾਬਾਂ ਦੀ ਦੁਕਾਨ ਦੇ ਇੱਕ ਖੁੰਝੇ 'ਚ ਪੁਰਾਣੇ ਅਖਬਾਰ ਤੇ ਪੁਰਾਣੇ ਰਸਾਲੇ ਪਏ ਸੀ। ਉਹਨਾਂ ਚੋਂ ਕਹਿੰਦਾ ਮੈਂ ਇੱਕ ਰਸਾਲਾ ਉਰਦੂ ਦਾ ਚੁੱਕ ਕੇ ਉਹ ਲੈਂਪ ਪੋਸਟ ਥੱਲੇ ਬੈਠ ਕੇ ਪੜ੍ਹਨਾ। ਉਹ ਚੋਂ ਕਹਿੰਦਾ ਮੁਨਸ਼ੀ ਪ੍ਰੇਮਚੰਦ ਦੀ ਕਹਾਣੀ ਮੈਂ ਪੂਸ ਕੀ ਰਾਤ ਪੜ੍ਹੀ। ਓ ਅੱਛਾ, ਵਾਹ ਵਾਹ। ਉਹ ਬੰਦਾ ਉਹ ਮਾਗ ਦੇ ਵਿੱਚ ਪਿਆ ਖੁੱਲੇ ਖੇਤਾਂ ਦੇ ਵਿੱਚ, ਤੇ ਗਊਆਂ ਉਹਦੀਆਂ ਜਿਹੜੀਆਂ ਜੰਗਲੀ ਗਊਆਂ ਸਾਰਾ ਖੇਤ ਚੱਲ ਰਹੀਆਂ। ਉਹ ਕਹਿੰਦਾ ਯਾਰ ਚੱਲ ਲੈਣ ਦੇ। ਉਹ ਸਿਰਫ ਇੱਕ ਕੁੱਤਾ ਉਹਦੇ ਨਾਲ ਪਿਆ, ਉਹ ਕੁੱਤੇ ਦੇ ਨਿੱਘ ਦੇ ਨਾਲ ਛੋਟੀ ਜਿਹੀ ਚਾਦਰ ਲੈ ਕੇ ਮਸਤ ਜਿਹੜਾ ਸਾਰੀ ਦੁਨੀਆ ਤੋਂ ਬੇਖੌਫ ਹੈ ਜੋ ਹੋਗਾ। ਇਹਨੂੰ ਵੀ ਮੌਜ ਲੈਣ ਦਿਓ। ਕਹਿੰਦਾ ਮੈਂ ਤਾਂ ਕਿਹਾ ਵੀ ਮੇਰੇ ਕੋਲ ਤਾਂ ਸਾਰਾ ਕੁਛ ਗਿਆ, ਮੇਰੇ ਤਾਂ ਖੇਤ ਇੱਦਾਂ ਤਾਂ ਨਹੀਂ ਬਰਬਾਦ ਹੋਇਆ। ਜੇ ਉਹ ਇੰਨਾ ਮਸਤੀ 'ਚ ਰਹਿ ਸਕਦਾ ਤਾਂ ਆਪਾਂ ਵੀ। ਮੈਂ ਕਹਿੰਦਾ ਵਾਪਸ ਆ ਗਿਆ ਜੀ, ਮੈਨੂੰ ਨਵਾਂ ਜੀਵਨ ਮਿਲਿਆ। ਇਹ ਜਿਹੜਾ ਨਵਾਂ ਜੀਵਨ ਮਿਲਿਆ ਇਸ ਕਰਕੇ ਪਤਾ ਨਹੀਂ ਸਾਹਿਤ ਦੀ, ਕਿਸੇ ਕਵਿਤਾ ਦੀ, ਕਿਸੇ ਕਹਾਣੀ ਦੀ ਕਿਹੜਾ ਕੋਈ ਸ਼ਬਦ, ਕਿਹੜਾ ਕੋਈ ਦ੍ਰਿਸ਼ਟਾਂਤ ਤੁਹਾਡੀ ਜ਼ਿੰਦਗੀ ਦੀ ਗਤੀ ਬਦਲ ਦੇ, ਦਿਸ਼ਾ ਬਦਲ। ਇਸ ਕਰਕੇ ਸਾਹਿਤ ਜਿਹੜਾ ਹੈਗਾ ਉਹ ਮੈਂ ਕਹਿਣਾ ਕਿ ਹਰ ਘਰ ਦੇ ਵਿੱਚ ਇੱਕ ਛੋਟਾ ਜਿਹਾ ਕੋਨਾ ਹੋਣਾ ਚਾਹੀਦਾ ਜਿਹਦੇ ਵਿੱਚ ਕਿਤਾਬਾਂ। ਮੈਂ ਬਾਰ-ਬਾਰ ਕਹਿਣਾ ਜਿੱਦਾਂ ਸਾਡੇ ਘਰ ਦੀ ਰਸੋਈ ਜਿਹੜੀ ਹੈਗੀ ਇੱਕ ਦਵਾਖਾਨਾ ਹੈ, ਉੱਦਾਂ ਕਿਸੇ ਨੁਕਰੀ ਪਈਆਂ ਕਿਤਾਬਾਂ ਜਿਹੜੀਆਂ ਹੈਗੀਆਂ ਉਹ ਸਾਡਾ ਰੂਹਾਨੀ ਦਵਾਖਾਨਾ ਹੈ। ਔਰ ਜਿਹੜੇ ਘਰ ਦੇ ਵਿੱਚ ਬਦਕਿਸਮਤੀ ਨਾਲ ਜਿਹੜੇ ਘਰ ਦੇ ਵਿੱਚ ਕਿਤਾਬਾਂ ਨੇ, ਸਮਝ ਲਓ ਉਸ ਘਰ ਦੇ ਵਿੱਚ ਕੋਈ ਬੂਹੇ ਪਾਏ ਨਹੀਂ। ਸੋ ਕਾਫੀ ਬਹੁਤ ਤੁਹਾਡਾ ਬਹੁਤ ਧੰਨਵਾਦ ਜੀ। ਮੈਂ ਫਿਰ ਵੀ ਇਹ ਚਾਹੂੰਗਾ ਇੱਕ ਵਾਰ ਦੁਬਾਰਾ ਸਾਹਿਤ ਦਾ ਐਡਾ ਵਿਸ਼ਾਲ ਸਮੁੰਦਰ ਹੈ ਜੀ ਵੀ ਇਹਦੇ ਵਹਿਣ ਦੇ ਵਿੱਚ ਜਦੋਂ ਆਦਮੀ ਤੁਹਾਡੇ ਨਾਲ ਗੱਲ ਕਰਦਿਆਂ ਵੈਸੇ ਵੀ ਮਨ ਨਹੀਂ ਕਰਦਾ ਉੱਠਣ ਨੂੰ। ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ।